ਟੂਰਿਸਟਲ ਇੰਡੀਆ ਤੋਂ ਤੇ ਮੇਰੇ ਨਾਲ ਨੇ ਸਰਦਾਰ ਮਨਪ੍ਰੀਤ ਸਿੰਘ ਚੀਮਾ ਜੀ, ਮੈਪਲ ਵੀਜ਼ਾ ਜ਼ੋਨ ਕੈਨੇਡਾ ਤੋਂ। ਇਹ ਕੈਨੇਡਾ ਤੋਂ ਸਾਡੇ ਨਾਲ ਜੁੜੇ ਨੇ, ਸਪੈਸ਼ਲੀ ਇਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰ ਨੇ, ਵੀਜ਼ਾ ਐਕਸਪਰਟ ਨੇ। ਸੋ ਦੋਸਤੋ, ਤੁਸੀਂ ਆਪਦਾ ਕੋਈ ਵੀ ਜਿਹੜਾ ਸਵਾਲ ਹੈਗਾ ਉਹ ਕਰ ਸਕਦੇ ਹੋ। ਜਿਵੇਂ ਤੁਸੀਂ ਕੈਪਸ਼ਨ 'ਚ ਦੇਖ ਰਹੇ ਹੋ, ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ, ਸਾਡਾ ਵਿਸ਼ਾ ਉਹੀ ਹੈ PR ਦੇ ਸੰਬੰਧਿਤ, ਕਿ ਕਿਵੇਂ ਤੁਸੀਂ ਮਿਨੀਮਮ ਰਿਕੁਆਇਰਮੈਂਟ ਦੇ ਵਿੱਚ ਕੈਨੇਡਾ PR ਵਿਦ ਫੈਮਿਲੀ ਜਾ ਸਕਦੇ ਹੋ। ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈ 5.5 ਬੈਂਡ ਹੈ। ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਕੁਝ ਕੰਡੀਸ਼ਨਾਂ ਦੇ ਵਿੱਚ +2 ਜਿਹੜਾ +2 ਕੀਤੀ ਹੋਈ ਬੰਦਾ ਉਹ ਵੀ ਜਾ ਸਕਦਾ। ਉਹਦੇ ਵਾਸਤੇ ਜਿਹੜਾ ਕ੍ਰਾਈਟੇਰੀਆ ਉਹ ਅਲੱਗ ਹੁੰਦਾ ਹੈ। ਸੋ ਇਸੇ ਬਾਬਤ ਹੀ ਆਪਾਂ ਗੱਲ ਕਰਾਂਗੇ ਸਰਦਾਰ ਮਨਪ੍ਰੀਤ ਸਿੰਘ ਚੀਮਾ ਹੋਰੀ ਜੀ ਦਾ। ਸੋ ਸਭ ਤੋਂ ਪਹਿਲਾਂ ਚੀਮਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਵੀ, ਪੂਰੀ ਟੀਮ ਦਾ ਤੇ ਦਰਸ਼ਕਾਂ ਦਾ ਵੀ ਬਹੁਤ ਵਧੀਆ ਵੀਰ ਜੀ। ਕੀ ਹਾਲ ਹੈ ਚੀਮਾ ਸਾਹਿਬ, ਠੀਕ ਠਾਕ ਹੋ ਜੀ? ਰੱਬ ਦੀ ਕਿਰਪਾ, ਬਹੁਤ ਵਧੀਆ ਜੀ। ਮੌਸਮ ਬਹੁਤ ਵਧੀਆ। ਕਿਵੇਂ, ਸਭ ਤੋਂ ਪਹਿਲਾਂ ਤਾਂ ਕੈਨੇਡਾ ਦਾ ਹਾਲ ਦੱਸੋ, ਕੋਰੋਨਾ ਦਾ ਕੀ ਹਾਲ ਹੈ? ਵੀਰ ਜੀ, ਇੱਥੇ ਨਾ ਰੀਓਪਨ ਜਿੱਥੇ ਇੱਥੇ ਕਰਿਆ ਸੀ, ਉੱਥੇ ਦੁਬਾਰੇ ਕੇਸਿਸ ਆ ਰਹੇ ਨੇ। ਉਹਦੇ ਲੈ ਕੇ ਥੋੜੇ ਚਿੰਤਤ ਹੈਗੇ ਨੇ। ਅੱਛਾ ਜੀ। ਪਰ ਓਵਰਆਲ ਜੇ ਦੇਖੀਏ ਸਿਚੁਏਸ਼ਨ ਵੈਰੀ ਗੁੱਡ। ਉਹੀ ਹੈ ਭਾਜੀ, ਫਰਕ ਤਾਂ ਪੈਂਦਾ ਹੀ ਹੈ। ਦੇਖੋ ਹੁਣ ਜਦੋਂ ਦਾ ਇੰਡੀਆ ਨੇ ਦੁਬਾਰਾ ਤੋਂ ਸ਼ੁਰੂ ਕੀਤਾ, ਆਵਾਜਾਈ ਸ਼ੁਰੂ ਹੋਈ ਹੈ ਨਾ ਇੰਡੀਆ, ਜਿਹੜੇ ਕਾਫੀ ਕੇਸਿਸ ਵੱਧ ਗਏ ਨੇ, ਬਹੁਤ ਜ਼ਿਆਦਾ ਕੇਸਿਸ ਆਉਣ ਲੱਗ ਗਏ ਨੇ। ਮਤਲਬ ਅੱਜ ਤਾਂ 8,500 ਤੋਂ ਜ਼ਿਆਦਾ ਜਿਹੜੇ ਕੇਸ ਆਏ ਨੇ, ਜਿਹੜਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈਗਾ। ਪੰਜਾਬ ਦੇ ਵਿੱਚ ਤਾਂ ਹਾਲ ਦੀ ਘੜੀ ਮਤਲਬ ਵੀ ਬਹੁਤ ਸੁੱਖ ਹੈ, ਮਹਾਰਾਜ ਵੱਲੋਂ ਕਿਰਪਾ ਹੈਗੀ ਹੈ। ਪਰ ਜਿਹੜੇ ਆਪਣੇ ਹੋਰ ਸਟੇਟ ਨੇ, ਜਿਵੇਂ ਮਹਾਰਾਸ਼ਟਰ, ਦਿੱਲੀ, ਗੁਜਰਾਤ ਤੇ ਤਮਿਲਨਾਡੂ, ਕੇਰਲਾ ਦੇ ਵਿੱਚ, ਇਹਨਾਂ ਸਟੇਟਾਂ 'ਚ ਜਿਹੜੀ ਸਥਿਤੀ ਆ ਉਹ ਬਹੁਤ ਭਿਆਨਕ ਹੈ ਭਾਜੀ। ਕਾਫੀ ਬੁਰਾ ਹਾਲ ਹੈਗਾ ਇੱਥੇ। ਔਰ ਵਧੀਆ ਗੱਲ ਇਹ ਵੀਰ ਜੀ, ਇਹਨਾਂ ਨੇ ਇੱਥੇ ਇੱਕ ਨਵੀਂ ਚੀਜ਼ ਸ਼ੁਰੂ ਕਰੀ ਆ। ਹਾਂਜੀ। ਵੀ ਜਦੋਂ ਅੱਗੇ ਆਪਣੇ ਸਟੇਟਸ ਪਾਉਂਦੇ ਸੀ 8,000 9,000, ਹੁਣ ਇਹਨਾਂ ਨੇ ਪਲੱਸ ਕਰਕੇ ਲਿਖਣਾ ਸ਼ੁਰੂ ਕਰਤਾ। ਜਿਹੜੇ ਰੀਓਪਨਿੰਗ ਤੋਂ ਬਾਅਦ ਆਉਣੇ ਸ਼ੁਰੂ ਹੋਏ ਆ ਤਾਂ ਉਹਨਾਂ ਨੂੰ ਇਹ ਪਲੱਸ ਕਰਕੇ ਐਡ ਕਰਦੇ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਨਵੇਂ ਕੇਸ ਕਿੰਨੇ ਸ਼ੁਰੂ ਹੋਣ ਲੱਗੇ। ਉਹ ਓਕੇ ਓਕੇ ਓਕੇ। ਮੈਨੀਟੋਬਾ ਦੇ ਵਿੱਚ ਕਾਫੀ ਲੰਬਾ ਸਮਾਂ ਜਿਵੇਂ ਕੋਈ ਕੇਸ ਨਹੀਂ ਆਇਆ ਸੀ, ਤਾਂ ਇਸ ਕਰਕੇ ਇਹਨਾਂ ਨੇ ਓਪਨ ਕਰਨਾ ਸ਼ੁਰੂ ਕਰਤਾ ਸੀ। ਆਫਟਰ ਦਾ ਰੀਓਪਨਿੰਗ ਉੱਥੇ ਦੁਬਾਰੇ ਫਿਰ ਪੋਜ਼ਿਟਿਵ ਕੇਸ ਹੋਣੇ ਸ਼ੁਰੂ ਹੋ ਗਏ। ਪਰ ਇਹ ਉਹਨਾਂ ਨੂੰ ਉਹਦੇ ਵਿੱਚ ਨਹੀਂ ਲੈ ਰਹੇ, ਇਹ ਉਹਨਾਂ ਨੂੰ ਡਿਫਰੈਂਟ ਲੈ ਰਹੇ, ਪਲੱਸ ਕਰਕੇ ਲਿਖਣ ਲੱਗ ਗਏ, ਤਾਂ ਕਿ ਬੰਦੇ ਨੂੰ ਆਈਡੀਆ ਯਾਦ ਰਹੇ। ਮੈਂ ਥੋੜਾ ਜਿਹਾ ਸ਼ੇਅਰ ਕਰ ਰਿਹਾ ਸੀਗਾ ਆਪਣੇ ਦੂਸਰੇ ਪੇਜ ਤੇ। ਹਾਂਜੀ, ਕਰ ਲਓ ਭਾਜੀ। ਆਪਾਂ 1-2 ਮਿੰਟ ਲੈ ਲੈਣੇ ਜਦ ਤੱਕ ਆਪਣੇ ਨਾਲ ਜਿਹੜੇ ਦਰਸ਼ਕ ਹੋਰ ਵੀ ਜੁੜ ਜਾਣਗੇ। ਤੁਸੀਂ ਕਰੋ ਗੱਲਬਾਤ ਆਪਣੇ ਦਰਸ਼ਕਾਂ ਨਾਲ। ਹਾਂਜੀ, ਮੈਂ ਵੀ। ਦੋਸਤੋ, ਅਸੀਂ ਫੇਸਬੁੱਕ ਦੇ ਨਾਲ ਨਾਲ YouTube ਤੇ ਵੀ ਲਾਈਵ ਤੁਸੀਂ ਮੈਨੂੰ ਦੇਖ ਸਕਦੇ ਹੋ, ਪਰ YouTube ਤੇ ਜਿਹੜਾ ਉਹ ਚੀਮਾ ਸਾਹਿਬ ਵਾਲਾ ਲਿੰਕ ਨਹੀਂ ਪੈ ਸਕਿਆ। ਜੇ ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਚੰਗੀ ਤਰੀਕੇ ਨਾਲ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਸਾਨੂੰ ਜਿਹੜਾ ਜੁਆਇਨ ਕਰ ਸਕਦੇ ਹੋ। ਤੁਸੀਂ ਮੇਰੀ ਆਵਾਜ਼, ਵੈਸੇ ਕਿਉਂਕਿ ਇਸੇ ਵਾਸਤੇ ਅਸੀਂ YouTube ਵਾਸਤੇ ਵੱਖਰਾ ਜਿਹੜਾ ਸੈਟਅਪ ਲਾਇਆ ਹੋਇਆ ਹੈਗਾ, ਤੇ ਤੁਸੀਂ ਜੇਕਰ ਕੋਈ ਸਵਾਲ ਆਪਦਾ ਜਿਹੜਾ ਪੁੱਛਣਾ ਹੈਗਾ ਹਨਾ, ਤੁਸੀਂ ਸਾਨੂੰ ਉਸ ਤੇ ਉਹ ਕਰ ਸਕਦੇ ਹੋ, ਸਾਨੂੰ ਫੇਸਬੁੱਕ ਤੇ ਜੁਆਇਨ ਕਰ ਸਕਦੇ ਹੋ। ਦੋਸਤੋ, ਕੋਈ ਆਪਣਾ ਜਿਹੜਾ ਸਵਾਲ ਹੈ ਤੁਹਾਡਾ, ਅਸੀਂ ਜ਼ਰੂਰ ਤੁਹਾਨੂੰ ਕੰਸੀਡਰ ਕਰਾਂਗੇ। ਤੁਹਾਡਾ ਸਵਾਲ ਜਿਹੜਾ ਸਾਡਾ ਫੇਸਬੁੱਕ ਦਾ ਲਿੰਕ ਹੈ ਉਹ ਮੈਂ YouTube ਦੀ ਕਮੈਂਟਸ ਦੇ ਵਿੱਚ ਪਾ ਦਿੰਦਾ ਹੈਗਾ ਹੁਣੇ। ਤੇ ਸਾਨੂੰ 2 ਮਿੰਟ ਦਾ ਟਾਈਮ ਦਿਓ, ਤਦ ਤੱਕ ਹੋਰ ਵੀ ਦਰਸ਼ਕ ਜਿਹੜੇ ਉਹ ਜੁੜ ਜਾਣਗੇ। ਤਦ ਤੱਕ ਮੈਂ ਜਿਹੜਾ 1-2 ਪੇਜ ਤੇ ਹੋਰ ਇਹਨੂੰ ਸ਼ੇਅਰ ਕਰ ਲਵਾਂ। ਦਰਸ਼ਕੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਗੇਨ। ਵਧੀਆ ਲੱਗਦਾ ਕਿ ਜਦੋਂ ਤੁਹਾਡੇ ਅੱਗੇ ਮਿੱਤਰ ਸਾਡੇ ਨਾਲ ਜੁੜਦੇ ਨੇ, ਚੰਗੀ ਇੱਕ ਇਨਫੋਰਮੇਸ਼ਨ ਲੈਣ ਦੇ ਚਾਹਵਾਨ ਹੁੰਦੇ ਨੇ, ਤੇ ਜਾਂ ਸਾਡੇ ਨਾਲ ਸ਼ੇਅਰ ਕਰਦੇ ਚਾਹਵਾਨ ਹੁੰਦੇ ਨੇ, ਤਾਂ ਸਾਡਾ ਵੀ ਮਨ ਕਰਦਾ ਕਿ ਉਦੋਂ ਹੋਰ ਵਧੀਆ ਤੋਂ ਵਧੀਆ ਕੋਈ ਨਾ ਕੋਈ ਇਨਫੋਰਮੇਸ਼ਨ ਲੈ ਕੇ ਆਈਏ ਤੁਹਾਡੇ ਵਾਸਤੇ। ਤਾਂ ਇਹਦੇ ਦੌਰਾਨ ਜਿੰਨੀ ਵੀ ਕਨਵਰਸੇਸ਼ਨ ਹੋਊਗੀ, ਇੱਕ ਬੇਨਤੀ ਬੜੀ ਹੈਲਦੀ ਹੋਣੀ ਚਾਹੀਦੀ ਹੈ, ਕਿਉਂਕਿ ਕਈ ਨੈਗੇਟਿਵ ਅਪਰੋਚ ਵਾਲੇ ਮਿੱਤਰ ਹੁੰਦੇ ਆ। ਸਟਾਰਟਿੰਗ ਜੀ ਸ਼ੁਰੂ ਮੈਂ ਤਾਂ ਕਰਿਆ ਕਿਉਂਕਿ ਉਹ ਕਹਿੰਦੇ ਨੇ ਹੁੰਦੇ, ਜਿਹੜਾ ਕਦੇ ਜ਼ਿੰਦਗੀ 'ਚ ਮੈਂਬਰ ਨਹੀਂ ਬਣਿਆ ਤੇ ਉਹ MP ਨੂੰ ਚੈਲੰਜ ਕਰਦਾ ਹੁੰਦਾ, ਇਹਨੂੰ ਤਾਂ ਕੰਮ ਨਹੀਂ ਕਰਨਾ ਹੁੰਦਾ, ਜਾਂ MLA ਨੂੰ ਕਹਿੰਦਾ ਹੁੰਦਾ। ਜਾਂ ਤਾਂ ਪ੍ਰੈਕਟੀਕਲ ਆ ਜਾਓ, ਫਿਰ ਨਜ਼ਾਰਾ ਗਾ, ਜਾਂ ਅਪਲਾਈ ਕਰਕੇ ਦੇਖ ਲਓ। ਹੁਣ ਤਾਂ ਅਸੀਂ ਇਹੀ ਕਰ ਸਕਦੇ ਹਾਂ। ਕਿਉਂ ਇੰਦਰਜੀਤ ਜੀ, ਸਹੀ ਗੱਲ? ਬਿਲਕੁਲ ਬਿਲਕੁਲ ਜੀ। ਕੱਲ ਵੀ ਭਾਜੀ ਇੱਕ ਬੰਦਾ ਕਮੈਂਟ ਕਰ ਰਿਹਾ ਸੀਗਾ, ਕਹਿੰਦਾ ਵੀ ਐਵੇਂ 5.5 ਬੈਂਡ ਦੇ ਹੋ ਨਹੀਂ ਸਕਦਾ। ਉਹਨੂੰ ਤੁਸੀਂ ਥੋੜਾ ਜਿਹਾ ਕਿਹਦਾ ਚਾਨਣਾ ਪਾਓ ਵੀ ਕਿਵੇਂ। ਬੇਟੀ ਨੇ ਥੋੜੇ ਜਿਹੇ ਗਲਤ, ਇੱਕ ਥਾਂ ਨਹੀਂ 3-4 ਥਾਂ ਹੀ ਉਹਨੇ ਕਮੈਂਟ ਕਰੇ। ਪਹਿਲੀ ਗੱਲ ਤਾਂ ਇਹ ਸੀ ਵੀ ਚਲੋ ਉਹਦੀ ਇੱਛਾ, ਕਿਉਂਕਿ ਫਰੀਡਮ ਆਫ ਸਪੀਚ ਵਾਲੀ ਗੱਲ, ਉਹ ਜੋ ਚਾਹੁੰਦਾ ਬੋਲ ਸਕਦਾ। ਪਰ ਕਈ ਵਾਰੀ ਬੰਦਾ ਨਾ ਨੈਗੇਟਿਵ ਹਰ ਜਗ੍ਹਾ। ਤੇ ਮੈਂ ਉਹਨੂੰ ਇੱਕ ਚੈਲੰਜ ਕੀਤਾ ਗਾ ਉਸੇ ਫੇਸਬੁੱਕ ਦੇ ਲਿੰਕ ਤੇ,
ਵੀ ਵੀਰ ਜੀ ਜੇਕਰ ਤੇਰੀ ਹਿੰਮਤ ਹੈਗੀ ਆ 10 ਲੱਖ ਜਾਂ ਵੱਧ ਜਿੰਨੀ ਵੀ ਤੇਰੀ ਹਿੰਮਤ ਆ ਰੱਖ ਲੈ ਸ਼ਰਤ। ਤੇ ਸਾਡੇ ਸਾਡੇ ਪਾਸਟ ਦੇਖੋ ਆਪਾਂ ਐਕਸਪੀਰੀਅੰਸ ਤਾਂ ਪਾਸਟ ਤੇ ਲੈਂਦੇ ਹੁੰਦੇ ਹਮੇਸ਼ਾ। ਬਿਲਕੁਲ ਜੀ ਬਿਲਕੁਲ। ਤੇ ਜਿਹੜੇ ਸਕਸੈਸ ਸਟੋਰੀਆਂ ਐਫੀਨੋਟ ਲਿਖ ਲਾ, ਜਿੱਥੇ ਮਰਜ਼ੀ ਲਿਖ ਲਾ, ਲਾਈਵ ਜਾ ਕੇ ਲਿਖ ਲਾ, ਤੈਨੂੰ ਸ਼ੇਅਰ ਕਰਾਂਗੇ, ਬੰਦੇ ਨੂੰ ਮਿਲਾ ਦਿਆਂਗੇ, ਉਹਨੇ ਡਾਕੂਮੈਂਟ ਚੈੱਕ ਕਰਾ ਦਿਆਂਗੇ। ਬਿਲਕੁਲ ਜੀ ਤੇ ਬਿਲਕੁਲ। ਦੁਬਾਰਾ ਫਿਰ ਮੈਂ ਕਾਈਂਡ ਆਫ ਚੈਲੰਜ ਹੀ ਕਰਦੇ ਆਪਾਂ। ਬਿਲਕੁਲ ਜੀ। ਸਾਡੇ ਕੋਲੇ 3.5 ਬੈਂਡ ਤੋਂ ਲੈ ਕੇ ਸਕਸੈਸ ਸਟੋਰੀਆਂ ਹੈਗੀਆਂ ਹਾਂਜੀ ਵਿਦ ਫੈਮਿਲੀ ਪੀਅਰ ਦੀਆਂ। ਹਾਂਜੀ ਤੇ 5.5 ਬੈਂਡ ਵਾਲੇ ਤਾਂ ਕਾਫੀ ਆ। ਹਾਂਜੀ ਠੀਕ ਹੈ। ਤੇ ਉਹਦੇ ਲਈ ਜੇ ਕਿਤੇ ਲੋੜ ਪਈ, ਜਿਸ ਤਰ੍ਹਾਂ ਦੀ ਲੋੜ ਹੋ, ਕਿਉਂਕਿ ਕਈ ਵਾਰੀ ਹੁੰਦਾ ਕਿ ਕਿਸੇ ਦੀ ਅਸੀਂ ਪਰਸਨਲ ਇਨਫੋਰਮੇਸ਼ਨ ਡਾਇਰੈਕਟਲੀ ਸ਼ੇਅਰ ਨਹੀਂ ਕਰ ਸਕਦੇ ਬਿਲਕੁਲ ਜੀ ਜੀ ਪਬਲਿਕਲੀ। ਜੇ ਬੰਦਾ ਚਾਹੂਗਾ ਡੈਫੀਨੇਟਲੀ ਆਪਾਂ ਨੂੰ ਆਪਣਾ ਪ੍ਰੂਫ ਪਏ ਨੇ ਜਿਸ ਤਰ੍ਹਾਂ ਚਾਹੂਗਾ, ਕਿਉਂਕਿ ਜਿਸ ਇਲਾਕੇ ਦੇ ਵਿੱਚ ਬੰਦਾ ਜਾਂਦਾ ਉਹਦੇ ਰਿਸ਼ਤੇਦਾਰ, ਉਹਦੇ ਯਾਰ ਦੋਸਤ, ਉਹ ਐਪਲੀਕੈਂਟ ਨੂੰ ਤਾਂ ਪਤਾ ਹੀ ਹੁੰਦਾ ਨਾ ਮੇਰਾ ਕੰਮ ਹੋਇਆ ਕਿ ਨਹੀਂ ਹੋਇਆ। ਬਿਲਕੁਲ ਜੀ ਬਿਲਕੁਲ। ਇੱਥੇ ਝੂਠ ਬੋਲਣ ਵਾਲੇ ਅੱਗੇ ਤਾਂ ਲੋਕ ਝੂਠ ਬੋਲਦੇ ਹੋਣੇ, ਹੁਣ ਝੂਠ ਬੋਲਣ ਵਾਲਾ ਕੰਮ ਹੀ ਨਹੀਂ। ਬਿਲਕੁਲ ਅਸੀਂ ਤਾਂ ਵਾਰ-ਵਾਰ ਸਭ ਨੂੰ ਇਹੀ ਗੱਲ ਤਾਂ ਜਿਹੜੇ ਆਪਾਂ ਦਾ ਵਿਸ਼ਾ ਉਹੀ ਆ ਵੀ ਸਟੂਡੈਂਟ ਨੂੰ ਭੇਜਣ ਦੀ ਬਜਾਏ ਪੇਰੈਂਟਸ ਆਪ ਐਪਲੀਕੈਂਟ ਬਣਨ। ਆਪਾਂ ਤਾਂ ਵਾਰ-ਵਾਰ ਕਹਿ ਹੀ ਰਹੇ ਆ। ਬਿਲਕੁਲ। ਤੇ ਕਰਕੇ ਦੂਸਰੀ ਗੱਲ ਆ ਸਾਰੇ ਮਿੱਤਰਾਂ ਨੂੰ ਵੀ ਸਾਡੇ ਤੇ ਯਕੀਨ ਕਿਉਂ ਕਰਦੇ ਆ, ਤੁਸੀਂ ਗਵਰਨਮੈਂਟ ਦੀ ਵੈਬਸਾਈਟ ਨੂੰ ਵਿਜ਼ਿਟ ਕਰੋ, ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਆ। ਆਪਾਂ ਤਾਂ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਆ, ਅਸੀਂ ਕੋਈ ਜਾਦੂ ਨਹੀਂ ਕਰਦੇ। ਪਰ ਮੈਂ ਨਾਲ ਦੀ ਨਾਲ ਆਪਣੇ ਬਹੁਤ ਸਾਰੇ ਏਜੰਟਸ ਵੀਰਾਂ ਨੂੰ ਵੀ ਵੈਲਕਮ ਕਰਨਾ ਚਾਹੂੰਗਾ ਵੀ ਭਾਈ ਸਾਹਿਬ ਪੰਜਾਬ 'ਚ ਇੰਦਰਜੀਤ ਵੀਰ ਜੀ ਬੈਠੇ, ਇਹਨਾਂ ਨੂੰ ਮਿਲੋ, ਜਿਹੜੇ ਤੁਹਾਡੇ ਕੁਐਸਚਨ ਆ ਉਹ ਵੀ ਕਲੀਅਰ ਹੋ ਜਾਣਗੇ। ਦੁਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ, ਏਜ 21 ਤੋਂ 40, 45, 46, 47 ਸਾਲ ਤੱਕ। ਐਜੂਕੇਸ਼ਨ +2 ਵਾਲੇ ਵੀ ਐਪਲੀਕੈਂਟ ਅਸੀਂ ਲੈ ਸਕਦੇ ਹਾਂ। ਉਹ ਡਿਫਰੈਂਟ ਕੈਟਾਗਰੀ, ਉਹ ਕਿਉਂਕਿ ਜ਼ਿਆਦਾ ਸਾਰਾ ਇੱਥੇ ਐਕਸਪਲੇਨ ਕਰਨਾ ਔਖਾ। +2 ਤੋਂ ਲੈ ਕੇ ਸਾਡੇ ਕੋਲ ਮਾਸਟਰ ਡਿਗਰੀ ਤੱਕ ਆ ਜਾਓ, ਐਨੀ ਆਕੂਪੇਸ਼ਨ ਵਾਲਾ ਆ ਜਾਓ। ਠੀਕ ਆ। ਜਿਹਦਾ ਅੱਜ ਨਹੀਂ ਬਣਦਾ ਹੋਊਗਾ, ਇੱਕ ਟੈਕਨੀਕਲ ਗੱਲ ਦੱਸ, ਜ਼ਰੂਰੀ ਨਹੀਂ ਅਸੀਂ ਹਰ ਇੱਕ ਬੰਦੇ ਦਾ ਕਰਵਾ ਦਈਏ, ਬਟ ਜਿਹਦਾ ਨਹੀਂ ਬਣਦਾ ਅਸੀਂ ਉਹਨੂੰ ਦੱਸ ਸਕਦੇ ਫਿਊਚਰ ਲਈ। ਅੱਜ ਫਰਜ਼ ਕਰ ਲਓ 40 ਸਾਲ ਦਾ ਬੰਦਾ ਬਾਈ ਜੀ 2-3 ਸਾਲ ਆਪਾਂ ਨੂੰ ਇਸ ਫੀਲਡ ਦੇ ਵਿੱਚ ਕੰਮ ਕਰ ਲਓ, ਐਕਸਪੀਰੀਅੰਸ ਬਣਾ ਲਓ, ਜਾਂ ਆਪਣੀ ਇੰਗਲਿਸ਼ ਹਾਈ ਕਰ ਲਓ, ਤੁਹਾਡਾ ਅੱਜ ਤੋਂ 2 ਸਾਲਾਂ ਨੂੰ ਬਣ ਜੂ। ਤਾਂ ਕਹਿੰਦੇ ਪੰਜੇ ਕੋਲ ਇੱਕੋ ਜਿਹੀਆਂ ਨਹੀਂ, ਵੀ ਜ਼ਰੂਰੀ ਨਹੀਂ ਵੀ ਹਰ ਇੱਕ ਬੰਦਾ ਆਊਗਾ ਅਸੀਂ ਹਰ ਇੱਕ ਦਾ ਹੀ ਕੰਮ ਕਰਕੇ ਦੇਣਾ। ਪਰ ਅਸੀਂ ਉਹਦਾ ਅਪਲਾਈ ਕਰਨਾ ਚਾਹਾਂਗੇ ਜਿਹਦਾ ਵਾਕਈ ਹੋ ਜਾਊਗਾ, ਬਟ ਜਿਹੜਾ ਨਹੀਂ ਐਲੀਜੀਬਲ ਅਸੀਂ ਉਹਨੂੰ ਗਾਈਡ ਕਰਾਂਗੇ, ਹੋ ਜਾਊਗਾ। ਇਹ ਵੀ ਸਾਡੇ ਕੋਲ ਪ੍ਰੂਫ ਪਏ ਆ ਵੀ ਜਿਹੜੇ ਬੰਦੇ ਨੂੰ ਅਸੀਂ ਗਾਈਡ ਕਰਿਆ। ਕਈ ਮਿੱਤਰ ਇਹੋ ਜਿਹੇ ਸੀ ਸਾਡੇ ਗਵਰਨਮੈਂਟ, ਮੇਰੇ ਇੱਕ ਟੀਚਰ ਬੰਦਾ ਮੇਰਾ ਫਰੈਂਡ ਸੀਗਾ, ਰਿਟਾਇਰਡ ਹੋਇਆ ਸੀ। ਕਹਿੰਦਾ ਜੀ ਮੈਂ ਹੁਣ ਟੀਚਿੰਗ ਤੋਂ ਰਿਟਾਇਰਮੈਂਟ ਲੈ ਲਈ, ਪਰ ਮੈਂ ਕੈਨੇਡਾ ਜਾਣਾ ਤੇ ਮੈਂ ਮੇਰੀ ਤਾਂ ਏਜ ਵੱਧ ਗਈ। ਜਿਵੇਂ ਮੋਸਟਲੀ ਜ਼ਿਆਦਾ ਏਜ ਵਾਲੇ ਬੰਦੇ ਦੀ ਗੱਲ ਹੁੰਦੀ ਹੈ। ਆਪਦੇ ਬੱਚੇ ਦੇ ਪੁੱਛਣ ਆਇਆ ਤਾਂ ਮੈਂ ਹਾਸੇ ਜੀ ਕਹਿੰਦਾ, ਮੈਂ ਵੀ ਜੇ ਉੱਥੇ ਜਾ ਕੇ ਟਰੱਕ ਚਲਾਉਣਾ ਕਹਿੰਦਾ ਨਹੀਂ। ਮੈਂ ਚੁੱਪ ਕਰਕੇ ਬਾਈ ਜੀ ਕੁਕਿੰਗ ਦਾ ਕੰਮ ਕਰੋ। ਤਾਂ ਬਾਈ ਜੀ ਨੇ, ਮੈਂ ਤਾਂ ਜਿਵੇਂ ਨੋਰਮਲੀ ਗੱਲ ਕਰੀ, ਤੇ ਬਾਈ ਜੀ ਨੇ ਸਵਾਦ ਲਿਆਤਾ ਜਗਤਾਰ ਸਿੰਘ ਲਹਿਰੇ ਕਾਕੇ ਤੋਂ। ਨਾਂ ਲੈਣ 'ਚ ਸਾਨੂੰ ਕੋਈ ਦੁੱਖ ਨਹੀਂ ਉਹਨਾਂ ਦਾ। ਮੈਂ ਬੜਾ ਕਈ ਵਾਰੀ ਮੈਂ ਹਮੇਸ਼ਾ ਨਾਂ ਲੈਂਦਾ, ਕਿਉਂਕਿ ਇਹੋ ਜਿਹੇ ਬੰਦੇ ਕਦੇ ਤੁਹਾਨੂੰ ਮਿਲ ਜਾਣ ਸਕਸੈਸ ਸਟੋਰੀਆਂ ਤੁਹਾਡੇ ਮੋਢਿਆਂ ਤੇ ਧਰੀਆਂ ਪਈਆਂ। ਉਹ ਸਟਾਰ ਆ, ਜਿਵੇਂ ਇੱਕ ਥਾਣੇਦਾਰ ਦੇ ਮੋਢੇ ਸਟਾਰ ਲੱਗ ਜਾਂਦਾ, ਜਗਤਾਰ ਸਿੰਘ ਵੀ ਸਾਡੇ ਇੱਕ ਸੁਪਰ ਸਟਾਰ ਆ। ਬਾਈ ਜੀ ਨੇ ਦੇਖੋ ਜੀ ਰਾਤ ਨੂੰ 12-12, 1-1 ਵਜੇ ਤੱਕ ਹੋਟਲ ਤੇ ਢਾਬੇ ਤੇ ਕੰਮ ਕਰਿਆ। ਇੱਕ ਦਿਨ ਉਹਨਾਂ ਨੇ ਬੜੀ ਗੱਲ ਹਾਸੇ ਵਾਲੀ ਤੁਹਾਨੂੰ ਸੁਣਾਉਣਾ ਸਾਰੇ ਦਰਸ਼ਕਾਂ ਨੂੰ। ਇੱਕ ਦਿਨ ਆਪਾਂ ਨੂੰ ਲਾਈਵ ਲੈ ਕੇ ਆਵਾਂਗੇ। ਉਹ ਕਹਿੰਦੇ ਬਾਈ ਜੀ ਮੇਰੇ ਕਲੀਗਸ ਆ ਗਏ, ਨਾਲ ਦੇ ਟੀਚਰ। ਮੈਂ ਉੱਥੇ ਚਿਕਨ ਬਣਾਈ ਜਾਵਾਂ ਤੇ ਕਹਿੰਦਾ ਪਹਿਲਾਂ ਮੇਰਾ ਜੀ ਕਰੇ ਭੱਜ ਜਾਵਾਂ ਇੱਥੋਂ। ਕਹਿੰਦਾ ਫਿਰ ਮੇਰੇ ਉਹਨਾਂ ਦਾ ਦੋਸਤ ਆ US ਤੋਂ, ਉਹਨੇ ਵੀ ਕਿਹਾ, ਕਹਿੰਦਾ ਬਾਈ ਜੀ ਜਿੱਦੇ ਮਾਸਟਰੀ ਵਾਲਾ ਛੱਜ ਲਾ ਕੇ ਕੰਮ ਸਿੱਖੇਗਾ ਫਿਰ ਕਾਮਯਾਬ ਹੋਊ। ਕਹਿੰਦਾ ਫਿਰ ਮੈਂ ਕਹਿੰਦਾ ਬਾਈ ਪੂਰਾ ਰਾਤ ਦਾ ਦ੍ਰਿੜ ਕਰ ਖੜਾ, ਕਹਿੰਦਾ ਮੁੜਕਾ ਤਾਂ ਮੈਨੂੰ ਉਹਨੂੰ ਦੇਖ ਕੇ ਆਈ ਜਾਵੇ। ਤੇ ਕਹਿੰਦੇ ਉਹਨਾਂ ਨੂੰ ਇਹ ਲੱਗੇ ਵੀ ਖਾਨੀ ਬਾਈ ਕੰਮ ਕਰਦਾ ਤੰਦੂਰ ਤੇ ਤਾਂ ਮੁੜਕੀ ਹੋ ਜਾਂਦਾ। ਕਹਿੰਦਾ ਉਹ ਦਿਨ ਹੱਥ ਸੀ। ਉਸ ਦਿਨ ਤੋਂ ਬਾਅਦ ਬਾਈ ਜੀ ਮੇਰੇ ਸਟੂਡੈਂਟ ਵੀ ਆਏ ਮੇਰੇ ਕੋਲੇ, ਕਹਿੰਦਾ ਮੈਂ ਉਹਨਾਂ ਨੂੰ ਵੀ ਪਲੇਟਾਂ 'ਚ ਪਾ ਸਮਾਨ ਦਿੱਤਾ, ਆਪਦੇ ਨਾਲ ਦੇ ਟੀਚਰਾਂ ਨੂੰ ਵੀ। ਤੇ ਅੱਜ ਸਕਸੈਸ ਸਟੋਰੀ ਇਹ ਕਿ ਜਿਹੜੇ ਉਹਦੀਆਂ ਗੱਲਾਂ ਕਰਦੇ ਸੀ ਅੱਜ ਉੱਥੇ ਹੀ ਬੈਠੇ ਨੇ। ਉੱਥੇ ਉਸੇ ਢਾਬੇ ਤੋਂ ਜਾ ਕੇ ਖਾ ਕੇ ਮੁੜੇ ਆਉਣਗੇ। ਪਰ ਬਾਈ ਜੀ ਕੋਲੇ ਸਟੱਡੀ ਹੋਈ ਹੈ ਕਿ ਪੂਰੀ ਫੈਮਿਲੀ ਨੂੰ ਕੈਨੇਡਾ ਲੈ ਕੇ ਆ ਰਹੇ। ਹੋਰ ਦੱਸੋ ਇਹ ਤੋਂ ਵਧੀਆ ਕੀ ਹੋ ਸਕਦਾ? ਬਹੁਤ ਵਧੀਆ ਗੱਲ ਹੈ। ਚੀਮਾ ਸਾਹਿਬ ਅੱਜ ਆਪਾਂ ਕਲੀਅਰ ਕਰ ਦਈਏ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ ਨਾ, ਆਪਾਂ ਸਟਾਰਟ ਕਰੀਏ। ਤੇ ਵੀ ਜਿਹੜਾ ਸਾਡਾ ਦੋਸਤੋ ਤੁਸੀਂ ਜਿਵੇਂ ਕੈਪਸ਼ਨ 'ਚ ਦੇਖ ਰਹੇ ਹੋ, ਅੱਜ ਅਸੀਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ ਕਿ ਕਿਵੇਂ ਤੁਸੀਂ 5.5 ਬੈਂਡ ਤੇ ਕੈਨੇਡਾ ਜਾ ਸਕਦੇ ਹੋ ਵਿਦ ਮਿਨੀਮਮ ਰਿਕੁਆਇਰਮੈਂਟ। ਜੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ +2 ਹੈ
ਜੇ ਤੁਸੀਂ ਆਈਲੈਟਸ 5.5 ਬੈਂਡ ਹੈਗੇ ਨੇ ਤਦ ਵੀ ਤੁਸੀਂ ਕੈਨੇਡਾ ਜਾ ਸਕਦੇ ਹੋ। ਜੇ ਗ੍ਰੈਜੂਏਸ਼ਨ ਹੈ ਫਿਰ ਤਾਂ ਵੈਲ ਐਂਡ ਗੁੱਡ ਹੈਗਾ ਹਨਾ। ਤੇ ਇਹਦੇ ਵਿੱਚ ਜੇ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ 3 ਸਾਲ ਤੱਕ ਦਾ ਚੱਲ ਜਾਂਦਾ ਹੈ। ਤੇ ਜੇ +2 ਤੋਂ ਬਾਅਦ ਐਕਸਪੀਰੀਅੰਸ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਚਾਹੀਦਾ ਹੈ। ਇਹਦੇ ਵਿੱਚ ਜਿਹੜੀਆਂ 4 ਸ਼ਰਤਾਂ ਮੇਨ ਹੁੰਦੀਆਂ ਨੇ ਦੋਸਤੋ, ਤੁਹਾਡੀ ਕੁਆਲੀਫਿਕੇਸ਼ਨ +2 ਜਾਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਮਿਨੀਮਮ ਜਿਹੜਾ ਬੈਂਡ ਰਿਕੁਆਇਰਮੈਂਟ ਹੈ ਉਹ 5.5 ਦੀ ਹੈਗੀ ਹੈ। ਤੀਜਾ ਹੋਊਗਾ ਤੁਹਾਡਾ ਵਰਕ ਐਕਸਪੀਰੀਅੰਸ, ਉਹ 3 ਤੋਂ 5 ਸਾਲ ਦਾ ਚਾਹੀਦਾ ਹੈਗਾ। ਤੇ ਹੋਰ ਜਿਵੇਂ ਭਾਜੀ ਹੋਰ ਤੁਸੀਂ ਆਪਣੇ ਵੱਲੋਂ ਕੀ ਜਿਹੜਾ ਐਕਸਪਲੇਨ ਕਰੋਗੇ ਇਹਦੇ ਚ ਹੋਰ ਕੀ ਚਾਹੀਦਾ ਆਪਾਂ ਨੂੰ? ਵੀ ਜੀ ਜੋ ਤੁਸੀਂ ਦੱਸਿਆ ਮੇਨ ਸਭ ਤੋਂ ਪਹਿਲਾਂ ਇਹਨਾਂ ਦੀ ਇੰਗਲਿਸ਼ ਲੈਵਲ ਆ। ਹਾਂਜੀ ਬਹੁਤ ਸਾਰੇ ਵੀਰਾਂ ਦੇ ਅੱਜ ਵੀ ਕਮੈਂਟ ਆਉਣਗੇ ਬਾਈ ਜੀ ਆਇਲਟਸ ਤਾਂ ਕਰ ਲਾਂਗੇ, ਅਸੀਂ ਕਹਿੰਦੇ ਵੈਲਕਮ, ਪਰ ਪਹਿਲਾਂ ਤੁਹਾਨੂੰ ਆਇਲਟਸ ਸਰਟੀਫਿਕੇਟ ਦਿਖਾਓ। ਕਰ ਲਾਂਗੇ ਤਾਂ ਫਿਊਚਰ ਆ ਜਾਂਦਾ, ਕਿਉਂਕਿ ਜਦੋਂ ਆਪਾਂ ਕਰਦੇ ਹਾਂ, ਜਿਵੇਂ ਅੱਜ ਕੱਲ੍ਹ ਲਾਕਡਾਊਨ ਚੱਲ ਰਿਹਾ, ਹੁਣ ਓਪਨ ਹੋ ਆਪਾਂ ਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ। ਤਾਂ ਆਪਾਂ ਜਦੋਂ ਉਹਨਾਂ ਕੋਲੇ 4 ਚੀਜ਼ਾਂ ਐਜੂਕੇਸ਼ਨ, ਐਕਸਪੀਰੀਅੰਸ, ਆਇਲਟਸ ਇਹ ਪੂਰੀਆਂ ਹੋਣਗੀਆਂ ਤਾਂ ਫੇਰ ਹੀ ਆਪਾਂ ਉਹਨਾਂ ਦੀ ਅਸੈਸਮੈਂਟ ਕਰ ਸਕਦੇ ਹਾਂ। ਪਰ ਦੌਰੇ ਜਿਹੜੇ ਬੰਦੇ ਕੌਨਫੀਡੈਂਸ ਕਰਦੇ ਆ ਕਿ ਅਸੀਂ ਬਾਈ ਜੀ ਕਰ ਲਾਂਗੇ, ਬਹੁਤ ਬਹੁਤ ਉਹਨਾਂ ਧੰਨਵਾਦ ਜੀ ਆਇਆਂ ਨੂੰ। ਤੁਸੀਂ ਪੇਪਰ ਦੀ ਤਿਆਰੀ ਕਰੋ, ਬਾਕੀ ਸਮਾਨ ਅਸੀਂ ਤਿਆਰ ਕਰਾਂਗੇ। ਭਾਜੀ ਸਭ ਤੋਂ ਪਹਿਲਾਂ ਤਾਂ ਇਹ ਮਤਲਬ ਕਲੀਅਰ ਕਰੋ ਕਿ PNP ਡਾਇਰੈਕਟ ਐਕਸਪ੍ਰੈਸ ਐਂਟਰੀ ਚ ਕੀ ਫਰਕ ਹੈ, ਦੋਨਾਂ ਚ ਕੀ ਫਰਕ ਹੁੰਦਾ ਤੇ ਕੀ ਇਹਨਾਂ ਦੀ ਸ਼ਰਤਾਂ ਕੀ ਨੇ? ਮੋਸਟਲੀ ਆਪਾਂ 3 ਰਸਤੇ ਕਹਿ ਸਕਦੇ ਵੀਰ ਜੀ ਕੈਨੇਡਾ ਆਉਣ ਲਈ। 3 ਵੇ ਟੂ ਕੈਨੇਡਾ, 3 ਈਜ਼ੀ ਵੇ ਟੂ ਕੈਨੇਡਾ PR। ਹਾਂਜੀ, ਰਸਤੇ ਬਹੁਤ ਨੇ। ਥਰੂ ਦਾ ਸਟੂਡੈਂਟ ਵੀ ਆ ਕੇ PR ਹੁੰਦੇ ਆ, ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਵੀ ਆ, ਉਹ ਡਿਫਰੈਂਟ ਕੈਟਾਗਰੀ ਆ। ਜੇ ਡਾਇਰੈਕਟ ਜਿਹੜੀ ਤੁਸੀਂ ਗੱਲ ਕਰ ਰਹੇ ਆ, ਫੈਡਰਲ ਸਕਿਲਡ ਵਰਕਰ ਸਭ ਤੋਂ ਮੇਨ ਕਾਮਨ ਚੱਲ ਰਹੀ ਆ। ਫੈਡਰਲ ਸਕਿਲਡ ਵਰਕਰ ਦੇ ਵਿੱਚ ਐਟਲੀਸਟ ਗ੍ਰੈਜੂਏਸ਼ਨ ਜਾਂ ਮਾਸਟਰ ਡਿਗਰੀ, 3 ਈਅਰ ਐਕਸਪੀਰੀਅੰਸ ਜੇ, ਤੇ 777 ਜਿਵੇਂ ਲਿਸਨਿੰਗ ਦੇ ਵਿੱਚੋਂ 8, ਦੂਜੇ ਚੋਂ 7 ਈਚ, ਤਾਂ ਜਾ ਕੇ ਕਿਤੇ ਪੁਆਇੰਟਸ ਬਣਦੇ ਨੇ। ਓਕੇ ਜੀ, ਇਹਦੇ ਵਾਸਤੇ ਕਿੰਨੇ ਪੁਆਇੰਟ ਚਾਹੀਦੇ ਹੁੰਦੇ ਆ ਚੀਮਾ ਸਾਹਿਬ? ਇਹਦੇ ਲਈ ਕੋਈ ਸਪੈਸ਼ਲ ਕ੍ਰਾਈਟੇਰੀਆ ਹੈ ਨਹੀਂ, ਇਹ ਡਰਾ ਨਿਕਲਦਾ। ਜਿਵੇਂ ਹੁਣ ਪਿਛਲਾ ਡਰਾ 440 ਤੇ ਆ ਗਿਆ ਵੀ ਜੀ, ਪਰ ਇਹ 2 ਸਾਲਾਂ ਬਾਅਦ 440 ਤੇ ਆਇਆ। ਜਿਹੜੀ ਸੋਚਣ ਵਾਲੀ ਗੱਲ ਆ, ਪਿਛਲੇ 2 ਸਾਲਾਂ ਦੇ ਵਿੱਚ 442, 43, 45, 50, 60, 70, 72 ਤੱਕ ਚਲੇ ਗਏ, 472 ਪੁਆਇੰਟ ਤੱਕ। ਡਿਊ ਟੂ ਮੈਨੂੰ ਲੱਗਦਾ ਸ਼ਾਇਦ ਕਰੋਨਾ ਕਰਕੇ ਹੁਣ ਐਪਲੀਕੇਸ਼ਨਾਂ ਘਟ ਗਈਆਂ ਤਾਂ ਡਰਾ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਐਵਰੀਡੇ, ਹੈ ਨਾ। ਤੇ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ, ਜਿਹੜਾ ਫੈਡਰਲ ਸਕਿੱਲ ਵਰਕਰ ਹੈਗਾ ਡਾਇਰੈਕਟ ਐਕਸਪ੍ਰੈਸ ਐਂਟਰੀ ਚ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ? ਮੋਸਟਲੀ ਤਕਰੀਬਨ 6 ਤੋਂ 12 ਮਹੀਨੇ ਦੇ ਵਿੱਚ ਐਵਰੇਜ ਕੇਸ PR ਹੋ ਜਾਂਦਾ ਫਾਈਨਲ। ਤੇ ਜੇ ਚੀਮਾ PNP ਦੀ ਗੱਲ ਕਰੀਏ, PNP ਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਜੀ? ਮੈਂ ਖੜ ਜੋ ਪਹਿਲਾਂ ਥੋੜਾ ਹੋਰ ਐਕਸਪਲੇਨ ਆਪਾਂ ਕਲੀਅਰ ਕਰ ਦਈਏ, ਥੋੜਾ ਜਿਹਾ ਜ਼ਿਆਦਾ ਜਾਣਕਾਰੀ ਮੈਂ ਦੇਣੀ ਚਾਹੁੰਦਾ ਸੀ। ਜਿਹੜੀ ਫੈਡਰਲ ਸਕਿਲਡ ਵਰਕਰ ਦੇ ਵਿੱਚ ਕੀ ਆ, ਪਰ ਬਹੁਤ ਸਾਰੇ ਸਾਡੇ ਮਿੱਤਰ ਆ, ਦੋਸਤ ਆ, ਜਿਨ੍ਹਾਂ ਦੇ ਪੁਆਇੰਟਸ 400 ਪਲੱਸ ਨੇ, 410, 15, 20, 25, 30, 35 ਤੱਕ ਵੀ ਆ। ਅੱਛਾ ਜੀ। ਤਾਂ ਵੇਟਿੰਗ ਦੇ ਵਿੱਚ ਰਹਿੰਦੇ ਵੀ ਯਾਰ ਸ਼ਾਇਦ ਵੀ ਸਾਡਾ ਲੋ ਆ ਜੇ ਤਾਂ ਸਾਨੂੰ ਸਕਸੈਸ ਹੋ ਜੇ ਸਾਡਾ। ਬਿਲਕੁਲ ਹੋ ਸਕਦਾ, ਨੈਵਰ ਨੋ। ਪਰ ਪਿਛਲੇ ਜੇ ਆਪਾਂ ਰਿਕਾਰਡ ਇਤਿਹਾਸ ਨੂੰ ਦੇਖੀਏ, 2-3 ਸਾਲਾਂ ਦੇ ਵਿੱਚ 437 ਤੋਂ ਘੱਟ ਪੁਆਇੰਟ ਨਹੀਂ ਹਜੇ ਆਇਆ। ਓਕੇ, ਤਾਂ ਵੇਟ ਕਰੋ, ਬਿਲਕੁਲ ਕਰੋ ਵੀਰ ਜੀ। ਪਰ ਕਈ ਵਾਰ ਵੇਟ ਕਰਦੇ ਕਰਦੇ ਤੁਹਾਨੂੰ ਇੱਕ ਨੁਕਸਾਨ ਹੁੰਦਾ ਕਿ ਜਿਹੜੇ ਬੰਦੇ 30 ਸਾਲ ਪਲੱਸ ਆ, ਉਹਨਾਂ ਦੇ ਹਰ ਸਾਲ ਜਿੰਨੀ ਏਜ ਵਧੀ ਜਾਊ 5 ਪੁਆਇੰਟ ਘਟਦੇ ਜਾਂਦੇ ਆ। ਤੇ ਇਹਦਾ ਫਿਰ ਚੀਮਾ ਸਾਹਿਬ ਜੇ ਪੁਆਇੰਟ ਕਿਸੇ ਦੇ ਘਟਦੇ ਨੇ, 5, 10, 20 ਪੁਆਇੰਟ ਘਟਦੇ ਨੇ, ਕਿਵੇਂ ਪੂਰਾ ਕੀਤਾ ਜਾ ਸਕਦਾ ਇਹਨੂੰ ਪੁਆਇੰਟ? ਸਭ ਤੋਂ ਬੈਸਟ ਹੈ ਵੀਰ ਜੀ, ਉਹ ਇੱਥੇ ਆਨਲਾਈਨ ਕੈਨੇਡਾ ਜੋਬ ਬੈਂਕਸ ਜਾਂ ਇੰਡੀਡ ਦੇ ਜਾਂ ਕਿਤੇ ਵੀ ਆਪਣੇ ਲਈ ਜੋਬ ਫਾਈਂਡ ਕਰਨ। ਜੇਕਰ ਉਹਨਾਂ ਨੂੰ ਜੋਬ ਮਿਲ ਜਾਂਦੀ ਆ ਤਾਂ, ਜਾਂ ਆਪਣੇ ਕਿਸੇ ਹੋਰ ਸੋਰਸਿਸ ਰਾਹੀਂ, ਜਿਸ ਤਰ੍ਹਾਂ ਵੀ ਉਹਨੂੰ ਕੰਫਰਟੇਬਲ ਲੱਗਦਾ, ਤਾਂ ਉਹ ਜੋਬ ਫਾਈਂਡ ਕਰਨ ਤੇ ਉਹਦੇ 50 ਪੁਆਇੰਟਸ ਮਿਲ ਜਾਂਦੇ ਨੇ ਜੋਬ ਦੇ। ਤੇ ਜਦੋਂ ਹੀ 50 ਪੁਆਇੰਟਸ ਮਿਲਦੇ ਨੇ, ਨੈਕਸਟ ਡਰਾ ਦੇ ਵਿੱਚ ਉਹਨਾਂ ਦਾ IT ਆ ਜਾਂਦਾ ਗਾ, ਤਾਂ ਬਹੁਤ ਹੀ ਸੌਖਾ ਹੋ ਜਾਂਦਾ। ਠੀਕ ਹੈ ਜੀ। ਤੇ ਜਿਵੇਂ ਸਭ ਆਪਾਂ ਜੇ PNP ਦੀ ਗੱਲ ਕਰੀਏ, PNP ਦਾ ਜਿਹੜਾ ਕੀ ਹੈਗਾ, PNP ਦਾ ਕ੍ਰਾਈਟੇਰੀਆ? PNP ਵੀ ਜੀ ਆਲਮੋਸਟ ਸੇਮ ਹੀ ਆ, ਪਾਰਟ ਆਫ ਫੈਡਰਲ ਸਕਿਲਡ ਵਰਕਰ ਹੀ ਆ। ਪਰ ਨਾਲ ਕੀ ਆ ਕਿ ਜਿਹੜੀ ਫੈਡਰਲ ਦੇ ਵਿੱਚ ਇਹ ਬੈਨੀਫਿਟ ਆ ਵੀ ਆਪਾਂ ਫਾਈਲ ਲਾ ਕੇ ਜਿੱਥੇ ਚਾਹੀਏ ਉੱਥੇ ਜਾ ਸਕਦੇ ਆ। PNP ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਸ਼ਰਤ ਹੈ ਕਿ ਜਿਹੜੀ ਪ੍ਰੋਵਿੰਸ ਦੇ ਵਿੱਚ ਆਪਾਂ ਅਪਲਾਈ ਕੀਤਾ, ਆਪਾਂ ਨੂੰ ਮੋਸਟਲੀ 2 ਸਾਲ ਉੱਥੇ ਰਹਿਣਾ ਪੈਂਦਾ। ਓਕੇ, 2 ਸਾਲ ਬਾਅਦ ਤੁਸੀਂ ਕਿਤੇ ਹੋਰ ਉਹ ਕਰ ਸਕਦੇ ਹੋ, ਰਾਈਟ? ਜੇ ਜਾਣਾ, ਪਹਿਲੀ ਗੱਲ ਲੋੜ ਹੀ ਨਹੀਂ ਪੈਂਦੀ। ਜਿੱਥੇ ਪਹਿਲਾਂ ਜਿਹੜਾ ਸਾਡਾ ਤਜਰਬਾ, ਜਦੋਂ ਬੰਦਾ ਜਿੱਥੇ ਜਿਹੜੀ ਜਗ੍ਹਾ ਉਤਰਦਾ ਉੱਥੇ ਹੀ ਬੰਦਾ ਰਹਿੰਦਾ, ਇੱਕ ਪਿਆਰ ਹੋ ਜਾਂਦਾ ਉਸ ਜਗ੍ਹਾ ਨੂੰ। ਹਾਂ ਬਿਲਕੁਲ ਜੀ, ਬਿਲਕੁਲ। ਬਟ ਉਹਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਲਿਟਲ ਉਹਨਾਂ ਨੂੰ ਥੋੜਾ ਡਿਫਰੈਂਟ ਹੁੰਦਾ। ਪਹਿਲਾਂ ਤੁਹਾਨੂੰ ਪ੍ਰੋਵਿੰਸ ਤੋਂ ਅਪਰੂਵਲ ਲੈਣੀ ਪੈਂਦੀ ਹੈ, ਫਿਰ ਫੈਡਰਲ ਤੋਂ। ਅੱਛਾ। ਤੇ ਬੈਨੀਫਿਟ ਉਹਦਾ ਇਹ ਹੈਗਾ ਵੀ ਜੇ ਤੁਹਾਨੂੰ ਜੋਬ ਲੱਭ ਕੇ ਫੈਡਰਲ ਦੇ ਵਿੱਚ ਉਸ ਜੋਬ ਦੇ 50 ਪੁਆਇੰਟਸ ਮਿਲਦੇ ਨੇ, ਪਰ ਜੇ ਤੁਹਾਨੂੰ PNP ਦੇ ਵਿੱਚ ਅਪਰੂਵਲ ਮਿਲੀ ਹੈ ਤਾਂ 600 ਪੁਆਇੰਟ ਮਿਲ ਜਾਂਦਾ। ਓਕੇ।
ਤਾਂ ਜਿਹੜੇ ਮੰਨ ਲਓ ਜਿਹੜੇ ਦਰਸ਼ਕ ਸਾਡੇ ਹੁਣ ਸੁਣ ਰਹੇ ਆ ਜਿਨ੍ਹਾਂ ਦੇ ਪੁਆਇੰਟਸ 320 30 40 50 ਹੈਗੇ ਆ, ਉਹ ਕਈ ਵਾਰ ਕਹਿੰਦੇ ਯਾਰ ਮੇਰਾ ਤਾਂ ਹੋਣਾ ਹੀ ਨਹੀਂਗਾ। ਨਹੀਂ, ਸਾਰੇ ਲਈ ਰਸਤਾ ਹੈਗਾ, ਉਹ ਜਾ ਸਕਦੇ ਨੇ ਅੰਡਰ ਦਾ ਪਰਮਿਸ਼ਨ ਨੋਮੀਨੇਸ਼ਨ ਪ੍ਰੋਗਰਾਮ। ਜਸਟ ਉਹਨਾਂ ਨੂੰ ਉੱਥੇ ਐਮਪਲਾਇਰ ਲੱਭਣ ਦੀ ਲੋੜ ਆ, ਉਹਨਾਂ ਦੇ ਜੋ ਉਹਨਾਂ ਦੀ ਐਜੂਕੇਸ਼ਨ ਆ, ਐਕਸਪੀਰੀਅੰਸ ਆ, ਉਹਦੇ ਅਕੋਰਡਿੰਗ ਜੇ ਤੁਹਾਡੇ ਕੋਲ ਜੌਬ ਆਫਰ ਹੈਗੀ ਆ ਤਾਂ ਫਾਰ ਸ਼ੋਰ ਉਹ ਆ ਸਕਦੇ ਨੇ। ਓਕੇ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਐਡ ਆਨ ਕਰਦੇ ਆ, ਜਿਹੜੀ ਸਭ ਤੋਂ ਵਧੀਆ ਗੱਲ ਆ ਕਿ ਜਿੱਦੇ ਉਹਨਾਂ ਕੋਲੇ ਜੇ PNP ਅਪਰੂਵ ਹੋ ਜਾਂਦੀ, ਨਾਲ ਦੀ ਨਾਲ ਗਵਰਨਮੈਂਟ ਇੱਕ ਉਹਨਾਂ ਨੂੰ ਸਰਟੀਫਿਕੇਟ ਇਸ਼ੂ ਕਰ ਦਿੰਦੀ ਹੈ ਜਿਹਦੇ ਬਿਹਾਵ ਤੇ ਉਹ ਕੈਨੇਡਾ ਵਰਕ ਪਰਮਿਟ ਪਹਿਲਾਂ ਆ ਸਕਦੇ ਨੇ। ਇੱਥੇ ਆ ਕੇ ਆਪਦੀ ਬਾਕੀ ਰੈਸਟ ਆਫ ਜਿਹੜਾ ਪੇਪਰ ਵਰਕ ਕਰ ਸਕਦੇ, ਪਰ ਨਾਲ ਦੀ ਨਾਲ ਆਪਦਾ ਕੰਮ ਵੀ ਕਰ ਸਕਦੇ ਨੇ। ਉਹਦੇ ਨਾਲ ਜਿਹੜਾ ਟਾਈਮ ਸ਼ਾਰਟੇਜ ਘਟ ਜਾਂਦਾ ਗਾ। ਉਹਦੇ ਵਾਸਤੇ ਫਿਰ ਜੌਬ ਆਫਰ ਹੋਣੀ ਜ਼ਰੂਰੀ ਹੈ ਜੀ? ਹਾਂਜੀ ਵੀਰ ਜੀ, ਜੌਬ ਆਫਰ ਹੋਣੀ ਤਾਂ ਜ਼ਰੂਰੀ ਹੈਗੀ ਆ। ਉਹ ਹੁਣ ਮੰਨ ਲਓ ਅੱਜ ਕੱਲ੍ਹ ਬਹੁਤ ਹਾਈ ਡਿਮਾਂਡ ਚੱਲ ਰਹੀ ਹੈ ਜੌਬਾਂ ਦੀ, ਕਿਉਂਕਿ ਕੈਨੇਡਾ ਬਹੁਤ ਫੋਰਨ ਵਰਕਰ ਨੂੰ ਹਾਇਰ ਕਰ ਰਿਹਾ। ਤਾਂ ਡਿਪੈਂਡ ਕਰਦਾ ਜਿਹੜਾ ਐਪਲੀਕੈਂਟ ਆ ਉਹਦੀ ਕੁਆਲੀਫਿਕੇਸ਼ਨ, ਉਹਦਾ ਐਕਸਪੀਰੀਅੰਸ, ਉਹਦੀ ਲੈਂਗੁਏਜ। ਓਕੇ ਔਰ ਸਭ ਤੋਂ ਇੱਕ ਵੱਡੀ ਗੱਲ ਇਹ ਹੈਗੀ ਆ ਕਿ ਜੇ ਬੰਦੇ ਨੂੰ ਉਹ ਵਰਕ ਪਰਮਿਟ ਮਿਲਦਾ ਤਾਂ ਪੂਰੀ ਦੀ ਪੂਰੀ ਫੈਮਿਲੀ ਨੂੰ ਮਿਲਦਾ। ਜਿਹੜਾ ਸਪਾਊਸ ਆ ਉਹ ਵੀ ਨਾਲ ਓਪਨ ਵਰਕ ਪਰਮਿਟ ਤੇ ਆਉਂਦਾ, ਤੇ ਬੱਚਿਆਂ ਨੂੰ ਉਹਨਾਂ ਸਟੂਡੈਂਟ ਵੀਜ਼ਾ ਮਿਲਦਾ। ਜੇਕਰ ਉਹਦੇ ਬੱਚੇ ਛੋਟੇ ਨੇ, 12ਵੀਂ ਕਲਾਸ ਤੋਂ ਘੱਟ ਪੜ੍ਹਦੇ ਨੇ, ਤੇ ਉਹਨਾਂ ਦੀ ਐਜੂਕੇਸ਼ਨ ਟੋਟਲੀ ਫ੍ਰੀ ਹੋਊਗੀ। ਤੇ ਆਫਟਰ ਡੈਟ ਉਹਨਾਂ ਜਿਹੜੇ ਬੱਚੇ ਵੱਡੇ ਨੇ, ਚਾਹੇ ਉਹ ਬੱਚਾ 21 22 25 26 ਜਿੰਨੀ ਮਰਜ਼ੀ ਸਾਲ ਏਜ ਦਾ, ਪਰ ਰੈਗੂਲਰ ਕੰਟੀਨਿਊ ਸਟੂਡੈਂਟ ਹੋਣਾ ਚਾਹੀਦਾ ਇਨ ਇੰਡੀਆ ਜਾਂ ਕਿਤੋਂ ਵੀ ਬਾਹਰ ਆਊਟਸਾਈਡ ਆਫ ਕੈਨੇਡਾ, ਤਾਂ ਉਹਨੂੰ ਸਟੂਡੈਂਟ ਵੀਜ਼ਾ ਮਿਲਦਾ। ਤੇ ਜਿਹੜੀ ਫੀਸ ਆ ਉਹ ਨੈਸ਼ਨਲ ਬੱਚੇ ਦੀ ਹੋਊਗੀ, ਨਾਟ ਇੰਟਰਨੈਸ਼ਨਲ ਦੀ। ਓਕੇ ਤੇ ਚੀਮਾ ਸਾਹਿਬ, ਜਿਹੜੇ ਲੋਕ ਜੌਬ ਆਫਰ ਲੈ ਕੇ, ਲੀਮੀਆ ਲੈ ਕੇ ਪਹਿਲਾਂ ਵਰਕ ਪਰਮਿਟ ਤੇ ਆ ਜਾਂਦੇ ਨੇ, ਇੱਥੇ ਫਿਰ PR ਵਾਸਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਕੈਨੇਡਾ ਪਹੁੰਚਣ ਤੋਂ ਬਾਅਦ, ਜਦੋਂ ਜੌਬ ਸ਼ੁਰੂ ਕਰ ਦਿੰਦੇ? ਵੀਰ ਜੀ, ਇਹ ਤੀਜੀ ਕੈਟਾਗਰੀ 'ਚ ਆਪਾਂ ਕਹਿ ਦਿੰਦੇ ਆ। ਜਿਹੜੇ ਮੰਨ ਲਓ ਡਾਇਰੈਕਟ ਫੈਡਰਲ ਸਕਿਲਡ ਵਰਕਰ ਜਾਂ ਪਰਮਿਸ਼ਨ ਨੋਮੀਨੇਸ਼ਨ ਨਹੀਂ ਕੁਆਲੀਫਾਈ ਕਰਦੇ, ਤਾਂ ਉਹ ਲੋਕ ਇੱਥੇ ਪਹਿਲਾਂ ਡਾਇਰੈਕਟ ਵਰਕ ਪਰਮਿਟ ਤੇ ਆ ਜਾਂਦੇ ਆ, ਜਿਹੜਾ ਕਿ ਟਾਈਮ ਸੇਵਿੰਗ ਬਹੁਤ ਵਧੀਆ। ਓਕੇ ਤਾਂ ਉਸ ਤੋਂ ਬਾਅਦ ਡਿਪੈਂਡ ਔਨ ਅਗੇਨ ਫਿਰ ਆ ਗਿਆ ਉਹਨਾਂ ਦਾ ਆਕੂਪੇਸ਼ਨ ਕਿਹੜਾ, ਕੈਟਾਗਰੀ ਦੇਖੀ ਜਾਂਦੀ ਆ। ਉਹ ਜਿਹੜੇ ਨੈਸ਼ਨਲ NOC ਕੋਡ ਆ, ਜੇ ਉਹ ਅਪ ਟੂ AB ਜਾਂ ਕੁਛ ਕੈਟਾਗਰੀਆਂ ਸੀ, ਜਿਵੇਂ ਟਰੱਕ ਡਰਾਈਵਰ ਵਗੈਰਾ, ਕੁਛ ਕੈਟਾਗਰੀਆਂ ਹੋਰ ਵੀ ਹੈਗੀਆਂ ਜਿਹੜੀਆਂ ਕੁਆਲੀਫਾਈ ਕਰਦੀਆਂ PR ਨੂੰ, ਹਾਂਜੀ, ਤਾਂ ਅਗੇਨ ਉਹਨਾਂ ਨੂੰ ਆਇਲਸ ਫਿਰ ਵੀ ਵੀਰ ਜੀ ਕਰਨਾ ਹੀ ਪੈਂਦਾ। ਅਸੀਂ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਵੀ ਇੱਥੇ ਆਉਣ ਤੋਂ ਪਹਿਲਾਂ ਆਇਲਸ ਕਰਕੇ ਆਓ। ਸਾਡੇ ਬਹੁਤ ਸਾਰੇ ਮਿੱਤਰ ਆ ਜਿਹੜੇ ਇੱਥੇ ਡਿਊ ਟੂ ਇੱਥੇ 5-5 7-7 ਸਾਲ ਵਰਕ ਪਰਮਿਟ ਤੇ ਰਹਿ ਕੇ, ਕੋਈ ਟਰੱਕ ਡਰਾਈਵਰ ਸੀ, ਕੋਈ ਕੁਛ ਸੀਗਾ, ਜਿਹੜੇ ਆਇਲਸ ਨਹੀਂ ਕਰ ਸਕੇ ਜਾਂ ਉਹਨਾਂ ਨੇ ਗਲਤ ਪੇਪਰ ਲਾਉਣ ਦੀ ਕੋਸ਼ਿਸ਼ ਕਰੀ, ਉਹਨਾਂ ਦੇ ਫਿਰ ਡੈਪੂਟੇਸ਼ਨ ਵੀ ਲੱਗੀ ਹੈ। ਇਸ ਕਰਕੇ ਸਾਰਿਆਂ ਨੂੰ ਇਹ ਰਾਏ ਦਿੰਦੇ ਆ ਵੀ ਇਹ ਕੰਮ ਨਾ ਕਰੋ। ਸਭ ਤੋਂ ਬੈਸਟ ਆਪਸ਼ਨ ਆ ਪਹਿਲਾਂ ਇੰਗਲਿਸ਼ ਦੀ ਤਿਆਰੀ ਕਰਕੇ ਆਓ ਤੇ ਇੱਥੇ ਵਰਕ ਪਰਮਿਟ ਤੇ ਆਓ। ਡਿਪੈਂਡ ਔਨ ਤੁਹਾਡੇ ਆਕੂਪੇਸ਼ਨ ਆ, ਕੋਈ 1.5 ਸਾਲ, ਕੋਈ 2 ਸਾਲ, ਕੋਈ 3 ਸਾਲ ਦੇ ਵਿੱਚ ਮੋਸਟਲੀ PR ਹੋ ਜਾਂਦਾ ਜੀ। ਓਕੇ, ਮਤਲਬ ਇੱਥੇ ਆਉਣ ਤੋਂ ਬਾਅਦ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਜਿਸ ਦੀ ਕੈਟਾਗਰੀ ਜੇ ਵਧੀਆ ਚੂਜ਼ ਕੀਤੀ ਹੈ ਤਾਂ ਉਹਨੇ PR ਹੋਣਾ ਹੀ ਹੋਣਾ ਹੈ। ਹਾਂਜੀ ਵੀਰ ਜੀ, ਦਿੱਕਤ ਫਿਰ ਉੱਥੇ ਆ ਗਈ ਜੇਕਰ ਹੁਣ ਕਈ ਬੰਦੇ ਇੱਥੇ ਆ ਕੇ ਜਿਹੜੇ ਕੈਟਾਗਰੀ 'ਚੋਂ ਆਏ ਆ ਉਦੋਂ ਬਾਅਦ ਆਪਦੇ ਪ੍ਰੋਫੈਸ਼ਨ ਚੇਂਜ ਕਰਨ ਲੱਗ ਜਾਂਦੇ। ਬਹੁਤ ਸਾਰੇ ਸਾਡੇ ਮਿੱਤਰ ਇੱਥੇ ਜਿਹੜੇ ਪ੍ਰੋਫੈਸ਼ਨ 'ਚ ਆਉਂਦੇ ਜਾਂ ਉਹਨਾਂ ਤੋਂ ਕੰਮ ਨਹੀਂ ਕਰ ਪਾਇਆ ਜਾਂਦਾ, ਫਿਰ ਉਹ ਪ੍ਰੋਫੈਸ਼ਨ ਚੇਂਜ ਕਰਨ ਲੱਗ ਜਾਂਦੇ, ਉਸ ਕਰਕੇ ਟਾਈਮ ਲੱਗ ਵੀ ਜਾਂਦਾ। ਪਰ ਡਿਪੈਂਡ ਔਨ ਅਗੇਨ ਜਿਹੜੀ ਗਵਰਨਮੈਂਟ ਦੀ ਜਾਂ ਪ੍ਰੋਵਿੰਸ ਦੀ ਉਹਦੀ ਜਿਹੜੇ ਰੂਲ ਆ, ਪਹਿਲਾਂ ਉਹਦੇ ਬਾਰੇ ਉਹਨਾਂ ਨੂੰ ਪਤਾ ਲੈਣਾ ਚਾਹੀਦਾ, ਫਿਰ ਉਹ ਅਪਲਾਈ ਕਰਨ। ਬੈਸਟ ਆਪਸ਼ਨ ਤਾਂ ਇਹੀ ਆ, ਕਿਉਂਕਿ ਉਹਨਾਂ ਨੂੰ PR ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਵੇ। ਓਕੇ, ਤੇ ਆਪਾਂ ਜੇਕਰ ਮੈਨੂੰ YouTube ਤੇ ਸਵਾਲ ਸੀਗਾ ਆਪਣਾ ਚੀਮਾ ਸਾਹਿਬ, ਜਿਹੜੇ ਮੁੰਡੇ ਦੁਬਈ ਨੇ ਹਨਾ, ਦੁਬਈ ਕੋਈ 4 ਸਾਲ ਤੋਂ ਕੰਮ ਕਰ ਰਿਹਾ, ਕੋਈ 5 ਸਾਲ ਤੋਂ ਕੋਈ ਟਰੱਕ ਡਰਾਈਵਰ ਹੈ, ਉਹ ਕੀ ਕਰਨ ਕੈਨੇਡਾ ਆਉਣ ਵਾਸਤੇ? ਉਹਨਾਂ ਵਾਸਤੇ ਕੀ ਆਪਸ਼ਨ ਹੈ ਤੁਹਾਡੇ ਕੋਲ ਅਵੇਲੇਬਲ? ਬਹੁਤ ਵਧੀਆ ਆਪਸ਼ਨ ਹੈ ਵੀਰ ਜੀ। ਮੈਨੀਟੋਬਾ ਗਵਰਨਮੈਂਟ ਦਾ ਸਪੈਸ਼ਲੀ ਡਾਇਰੈਕਟ PR ਤਾਂ ਸਾਰਿਆਂ ਲਈ ਆ, ਪਰ ਕਈ ਵਾਰ ਆਪਣੇ ਸਹਿਣਸ਼ੀਲਤਾ ਦੀ ਘਾਟ ਹੁੰਦੀ ਹੈ ਵੀ ਯਾਰ ਨਹੀਂ, ਇਸ ਤਾਂ ਪਹਿਲਾਂ ਵਰਕ ਪਰਮਿਟ ਤੇ ਜਾਣਾ। ਜਿਹੜੀ ਕੈਨੇਡਾ ਗਵਰਨਮੈਂਟ ਆ, ਜਿਹੜੇ ਅਰਬ ਕੰਟਰੀਆਂ ਨੂੰ ਦੇ ਜਿਹੜੇ ਐਕਸਪੀਰੀਅੰਸ ਪਰਸਨ ਆ, ਇਕੱਲੇ ਡਰਾਈਵਰ ਹੀ ਨੇ, ਜਿਹੜੇ ਹੋਰ ਵੀ ਉਹਨਾਂ ਨੂੰ ਵੀ ਪ੍ਰੈਫਰੈਂਸ ਦੇ ਤੌਰ ਤੇ ਲੈ ਰਹੀ ਨੇ। ਤਾਂ ਕੁਛ ਸਟੇਟ ਦੇ ਵਿੱਚ ਇੱਥੇ ਆ ਕੇ ਉਹਨਾਂ ਨੂੰ ਪਹਿਲਾਂ ਲਾਇਸੈਂਸਿੰਗ ਲੈਣਾ ਪੈਂਦਾ, ਚੈਲੰਜਿੰਗ ਐਗਜ਼ਾਮ ਦੇ ਵਿੱਚ ਪੜ੍ਹ ਕੇ PR ਹੁੰਦੀ ਆ। ਪਰ ਜਿਵੇਂ ਟਰੱਕ ਡਰਾਈਵਰ ਆ, ਉਹਨੂੰ ਸਿਰਫ ਇੱਥੇ ਆ ਕੇ ਲਾਇਸੈਂਸ ਟੈਸਟ ਹੀ ਪਾਸ ਕਰਨਾ ਪੈਂਦਾ, ਕਿਉਂਕਿ ਜਿਹੜੇ ਉਹ ਡਰਾਈਵਿੰਗ ਰੂਲ ਆਲਮੋਸਟ ਸੇਮ ਹੀ ਆ, ਕੈਨੇਡਾ ਅਮਰੀਕਾ ਦੀ ਤਰ੍ਹਾਂ ਹੀ ਆ। ਤਾਂ ਇਸ ਕਰਕੇ ਉਹ ਅਰਬ ਕੰਟਰੀਆਂ ਨੂੰ ਪ੍ਰੈਫਰੈਂਸ ਦੇ ਰਹੇ ਆ। ਹੋ ਨਹੀਂ ਜਿਵੇਂ ਹੁਣ ਆਸਟ੍ਰੇਲੀਆ ਹੋ ਗਿਆ ਜਾਂ ਇੰਗਲੈਂਡ ਹੋ ਗਿਆ ਜਾਂ ਇੰਡੀਆ ਹੋ ਗਿਆ, ਦੂਜੇ ਪਾਸੇ ਸਟੀਅਰਿੰਗ ਵਾਲੇ ਆ ਜਾਂਦੇ ਆ। ਹਾਂਜੀ, ਥੋੜਾ ਜਿਹਾ ਉਹਨੂੰ ਪ੍ਰੋਬਲਮ ਆ ਸਕਦੀ ਹੈ, ਪਰ ਆਸਟ੍ਰੇਲੀਆ ਤੋਂ ਵੀ ਬੱਚੇ ਆ ਰਹੇ ਨੇ ਇੱਥੇ। ਈਵਨ ਮੇਰਾ ਆਪਦਾ ਲੈਕਚਰ ਆਇਆ ਸੀਗਾ ਆਸਟ੍ਰੇਲੀਆ। ਇੱਕ ਹੋਰ ਸਵਾਲ ਆਇਆ ਸਾਨੂੰ, ਉਹ ਕਹਿੰਦੇ ਵੀ ਜਿਹੜਾ ਲਾਇਸੈਂਸ ਹੈ, ਜਿਹੜੇ ਦੁਬਈ ਕੰਮ ਕਰਦੇ ਨੇ, ਇਹੀ ਕੰਮ ਕਰਦਾ ਜਾਂ ਇੱਥੇ ਆ ਕੇ ਲਾਇਸੈਂਸ ਦੁਬਾਰਾ ਤੋਂ ਬਣਾਉਣਾ ਪੈਂਦਾ ਆਪਾਂ ਨੂੰ? ਇੱਥੇ ਆ ਕੇ ਵੀ ਜੀ ਉਹਨੂੰ ਟੈਸਟ ਦੇਣਾ ਹੀ ਪੈਣਾ।
ਤੇ ਇਹਦਾ ਕੋਈ ਬੈਨੀਫਿਟ ਹੁੰਦਾ ਜਿਹੜੇ ਕੋਲ ਲਾਇਸੈਂਸ ਹੈਗਾ ਹੈਵੀ ਲਾਇਸੈਂਸ ਹੈ, ਚਾਹੇ ਇੰਡੀਆ ਤੋਂ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ, ਉਹਦਾ ਕੋਈ ਬੈਨੀਫਿਟ ਇਹ ਵੀ ਹੁੰਦਾ? ਜੀ ਇਹ ਬੈਨੀਫਿਟ ਇਹ ਵੀ ਇਹਨਾਂ ਨੂੰ ਆ ਕੇ ਇੱਥੇ ਜ਼ਿਆਦਾ ਸਮਾਂ ਵੇਟ ਨਹੀਂ ਕਰਨੀ ਪੈਂਦੀ। ਕਈ ਲਾਇਸੈਂਸ ਦਾ ਰਾਈਟ ਵੇ ਕਾਰ ਦਾ ਲਾਇਸੈਂਸ ਤਾਂ ਉਹਦੀ ਦੇ ਦਿੰਦੇ ਆ, ਟਰੱਕ ਦਾ ਚੈਲੰਜ ਐਗਜ਼ਾਮ ਦੇਣਾ ਪੈਂਦਾ, ਰੋਡ ਟੈਸਟ ਦੇ ਕੇ ਹੋ ਜਾਂਦਾ। ਬਟ ਇਹ ਹਰੇਕ ਪ੍ਰੋਵਿੰਸ ਟੂ ਪ੍ਰੋਵਿੰਸ ਡਿਫਰ ਕਰਦਾਗਾ। ਆਪਾਂ ਕਿਸੇ ਨੂੰ ਕੋਈ ਗਲਤ ਰਾਏ ਦੇਣ ਦੀ ਬਜਾਏ ਆਪਾਂ ਇਹਨਾਂ ਨੂੰ ਬੇਨਤੀ ਕਰਾਂਗੇ ਬੈਸਟ ਆਪਸ਼ਨ ਆ ਕਿ ਉਹਨਾਂ ਦੀ ਵੈਬਸਾਈਟ ਪੜ੍ਹੋ। ਓਕੇ ਓਕੇ, ਠੀਕ ਹੈ ਭਾਜੀ। ਆਪਾਂ ਥੋੜੇ ਜਿਹੇ ਕਮੈਂਟ ਪੜ੍ਹ ਲੈਂਦੇ ਆ ਜੀ। ਕਿਰਪਾਲ ਸਿੰਘ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ। ਇਹ ਪੁੱਛਦੇ ਨੇ ਕਾਸਟ ਕਿੰਨੀ ਹੈ, ਇਹ ਪੁੱਛਦੇ ਨੇ ਕਾਸਟ ਕਿੰਨੀ ਹੈ। ਬ੍ਰਦਰ ਇੱਥੇ ਕਾਸਟ ਦੀ ਤਾਂ ਕੋਈ ਡਿਸਕਸ਼ਨ ਹੋ ਨਹੀਂ ਰਹੀ ਨਾ, ਤੁਸੀਂ ਆਪਦਾ ਕੋਈ ਜਿਹੜਾ ਸਵਾਲ ਕਰ ਸਕਦੇ ਹੋ। ਹਾਂਜੀ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਜਿਮਾ ਸਾਹਿਬ? ਵੀਰ ਜੀ ਸਾਡੀ ਸਰਵਿਸ ਚਾਰਜ ਹੁੰਦੀ ਆ ਹਨਾ, ਮੰਨ ਲਓ ਵੀ ਅਸੀਂ ਕਿਸੇ ਚ ਫਾਰ ਐਗਜ਼ਾਮਪਲ ਆਪਾਂ ਹੁਣ ਇੰਦਰਜੀਤ ਵੀਰ ਜੀ ਬੈਠੇ ਨੇ, ਇਹਨਾਂ ਨੇ ਵਿਜ਼ਟਰ ਵੀਜ਼ਾ ਫਾਈਲ ਭਰੀ, ਇਹਨਾਂ ਨੇ ਫਾਈਲ ਦੇ ਆਪਦਾ 5-10,000 15,000 ਆਪਦੇ ਸਰਵਿਸ ਚਾਰਜ ਲੈਣੀ ਹੈ ਕਿ ਦੈਟਸ ਆਲ। ਸੇਮ ਥਿੰਗ ਆ, ਅਸੀਂ ਪ੍ਰੋਸੈਸਿੰਗ ਤੁਹਾਨੂੰ ਅਸੀਂ ਐਪਲੀਕੇਸ਼ਨ ਗੋ ਥਰੂ ਕਰਦੇ ਨੇ, ਜਾਂ ਜੇ ਕੋਈ ਸਾਡੇ ਕੋਲੇ ਕੋਈ ਵਧੀਆ ਬੰਦਾ ਹੁੰਦਾ ਅਸੀਂ ਉਹਨੂੰ ਅਸੀਂ ਗਾਈਡ ਕਰਦੇ ਨੇ ਵੀ ਤੁਸੀਂ ਆਹ ਡਾਕੂਮੈਂਟੇਸ਼ਨ ਕਲੈਕਟ ਕਰ ਲਓ। ਸਾਡੇ ਸਰਵਿਸ ਚਾਰਜ ਜਸਟ ਜਿਵੇਂ ਅਸੀਂ ਇੱਕ ਆਪਦੀ ਸਰਵਿਸ ਚਾਰਜ ਲੈਣੇ, ਕਾਸਟ ਵਾਈਜ਼ ਇਹ ਨਹੀਂ ਹੁੰਦਾ। ਜੋ ਐਪਲੀਕੇਸ਼ਨ ਸਬਮਿਸ਼ਨ ਹੋਊਗੀ ਡਿਪੈਂਡ ਔਨ ਕਰਦਾ ਵੀ ਸਾਨੂੰ ਕਿਹੜੀ ਸਰਵਿਸ ਲੈ ਰਹੇ, ਕਿਸੇ 20,000 ਕਿਸੇ 50,000 ਕਿਸੇ 15,000, ਅਸੀਂ ਆਪਦੀ ਸਰਵਿਸ ਚਾਰਜ ਲਵਾਂਗੇ। ਠੀਕ ਹੈ ਜੀ। ਹਾਂਜੀ ਗਗਨਦੀਪ ਬਰਾੜ ਜੀ ਕਰ ਰਹੇ ਨੇ ਕਿ ਗਾਰੰਟੀ ਲੈ ਕੇ ਪੈਸੇ ਵੀਜ਼ਾ ਤੋਂ ਬਾਅਦ ਲਵੋਗੇ। ਅਸੀਂ ਤਾਂ ਭਾਜੀ ਪੈਸੇ ਦੀ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਆਪਦੇ ਸਰਵਿਸ ਚਾਰਜ ਲੈਣੇ ਹੈਗੇ ਜਿਹੜਾ ਸਾਡਾ। ਹਾਂਜੀ ਮੈਂ ਵੀਰ ਜੀ ਨੂੰ ਇੱਕ ਦੱਸਦਾ, ਐਕਚੁਅਲ ਦੇ ਵਿੱਚ ਵੀਰ ਜੀ ਜਿਹੜੀ ਅੱਜ ਦਾ ਸਾਡਾ ਵਿਸ਼ਾ ਹੈ ਜਸਟ ਕਾਈਂਡ ਆਫ ਅਵੇਅਰਨੈਸ ਪ੍ਰੋਗਰਾਮ ਆ। ਬਿਲਕੁਲ ਜੀ। ਅਸੀਂ ਅੱਜ ਕੋਈ ਤੁਹਾਨੂੰ ਸਰਵਿਸ ਦੇਣ ਦੀ ਗੱਲ ਨਹੀਂ ਕਰ ਰਹੇ, ਅਸੀਂ ਤੁਹਾਨੂੰ ਕੁਛ ਵੀ ਵੇਚਣ ਦੀ ਗੱਲ ਨਹੀਂ ਕਰ ਰਹੇ, ਨਾ ਹੀ ਅਸੀਂ ਕੋਈ ਵੇਚਦੇ ਹਾਂ। ਪਹਿਲੀ ਗੱਲ ਤਾਂ ਅਸੀਂ ਤੁਹਾਨੂੰ ਕਾਈਂਡ ਆਫ ਅਸੀਂ ਇਹਨੂੰ ਜੇ ਅਸੀਂ ਨਾਂ ਲੈ ਲਈ ਵੀ ਅਸੀਂ ਅਵੇਅਰਨੈਸ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਕਿ ਸਾਰੇ ਬੰਦੇ ਲੋਕਡਾਊਨ ਦੇ ਕਰਕੇ ਘਰ ਬੈਠੇ ਨੇ, ਅਸੀਂ ਵੀ ਘਰ ਬੈਠੇ ਵੀ ਤਾਂ ਮੈਂ ਤੇ ਇੰਦਰ ਜੀ ਭਾਜੀ ਡਿਸਕਸ ਕਰਦੇ ਵੀਰ ਜੀ ਸਮਥਿੰਗ ਬੈਟਰ ਦੈਨ ਨਥਿੰਗ। ਯਾਰ ਚਲੋ ਕਾਇੰਡ ਆਪਾਂ ਲੋਕਾਂ ਨੂੰ ਐਜੂਕੇਟ ਹੀ ਕਰ ਲਈਏ, ਆਪਣਾ ਵੀ 2-4 ਘੰਟੇ ਵਧੀਆ ਲੰਘ ਜਾ ਕਰਨਗੇ ਹੱਸ ਖੇਡ ਕੇ। ਤਾਂ ਅਸੀਂ ਤੁਹਾਨੂੰ ਇੱਕ ਅਵੇਅਰਨੈਸ ਪ੍ਰੋਗਰਾਮ ਸਟਾਰਟ ਕੀਤਾ ਹੋਇਆ। ਅਸੀਂ ਨਹੀਂ ਕਹਿੰਦੇ ਸਾਡੇ ਤੋਂ ਸਰਵਿਸ ਲਓ, ਨੋ। ਬਿਲਕੁਲ ਜੀ। ਜਿੱਥੋਂ ਜਾਣਾ ਜਿੱਥੇ ਜਾਓ ਵੀਰ। ਕਹਿੰਦਾ ਹੁੰਦਾ ਵੀ ਜਦੋਂ ਆਪਾਂ ਮੰਡੀ 'ਚ ਜਾਂਦੇ ਆ ਤੇ 10 ਰੇਹੜੀਆਂ ਹੁੰਦੀਆਂ ਲੱਗੀਆਂ, ਜਿਹੜੀ ਤੋਂ ਜੀ ਕਰਦਾ ਸਬਜ਼ੀ ਬੰਦਾ ਲੈਂਦਾ ਹੈਗਾ। ਪਰ ਡਾਕਟਰ ਤਾਂ ਇਹੀ ਕਹਿੰਦਾ ਵੀ ਡਾਕਟਰ ਨੇ ਕਿਤੇ ਕਹੇ ਮੈਥੋਂ ਸਬਜ਼ੀ ਲੈ ਕੇ ਜਾਓ, ਡਾਕਟਰ ਤਾਂ ਕਹਿੰਦਾ ਭਾਜੀ ਹਰੀਆਂ ਸਬਜ਼ੀਆਂ ਖਾਓ, ਫਲ ਖਾਓ, ਸਲਾਦ ਖਾਓ। ਸੇਮ ਥਿੰਗ ਆ ਸਾਡਾ ਮਸਲਾ ਤਾਂ ਅੱਜ ਅਵੇਅਰਨੈਸ ਪ੍ਰੋਗਰਾਮ ਆ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ। ਐਵੇਂ ਦੇ ਜਿਵੇਂ ਭਾਜੀ ਕੁਛ ਲੋਕਾਂ ਦੇ ਦਿਮਾਗ 'ਚ ਹੁੰਦੀ ਨਾ, ਇੱਕ ਹੋਰ ਆਪਣੇ ਨਰਿੰਦਰ ਬਰਾੜ ਜੀ ਨੇ, ਉਹ ਕਹਿੰਦੇ ਨੇ ਕਿ ਗਾਰੰਟੀ ਹੈ ਕਿ ਟਰਮ ਐਂਡ ਕੰਡੀਸ਼ਨ ਇਹੀ ਨੇ ਜਿਹੜੀ ਤੁਸੀਂ ਦੱਸ ਰਹੇ ਹੋ। ਮੈਂ ਪਹਿਲਾਂ ਬਿਜ਼ਨਸ ਸੁਣਿਆ ਹੋਣਾ, ਮੈਂ ਦੁਬਾਰੇ ਫਿਰ ਵੀਰ ਜੀ ਗੁਰਿੰਦਰ ਬਰਾੜ ਜੀ ਨੂੰ ਦੱਸਣਾ ਚਾਹੁੰਦਾ। ਵੀਰ ਜੀ ਕਦੇ ਵੀ ਪਹਿਲੀ ਗੱਲ ਤਾਂ ਕੰਨ ਤੇ ਜੀਭ ਦੇ ਵਿੱਚ 4-5 ਉਂਗਲਾਂ ਦਾ ਫਰਕ ਆ, ਪਰ ਬਹੁਤ ਵੱਡੇ ਇਹ ਪੌੜੇ ਪਾ ਆਉਂਦੀ ਆ। ਤੁਹਾਡਾ ਬੋਲਿਆ ਤੇ ਤੁਹਾਡਾ ਸੁਣਿਆ ਬਹੁਤ ਮੈਟਰ ਕਰਦਾ। ਸਾਡੇ ਬੋਲੇ ਤੇ ਸੁਣੇ ਤੇ ਯਕੀਨ ਨਾ ਕਰੋ। ਤੁਸੀਂ ਪੜ੍ਹੇ ਲਿਖੇ ਬੰਦੇ ਆ, ਗਵਰਨਮੈਂਟ ਦੀ ਵੈਬਸਾਈਟ ਪੜ੍ਹੋ। ਮੈਂ ਅੱਜ ਤੋਂ 2-3 ਵਾਰ ਪਹਿਲਾਂ ਵੀ ਕਹਿ ਚੁੱਕਿਆ। ਕਿਸੇ ਮੰਨ ਲਓ ਅਸੀਂ ਇੱਥੇ ਬੈਠੇ ਆ, ਸਾਡੇ ਤੇ ਯਕੀਨ ਕਿਉਂ ਕਰਨਾ ਜੀ? ਬਿਲਕੁਲ ਜੀ। ਜਦੋਂ ਤੁਸੀਂ ਪੜ੍ਹੇ ਲਿਖੇ ਬੰਦੇ ਆ, ਅਸੀਂ ਤਾਂ ਗਵਰਨਮੈਂਟ ਦੀ ਵੈਬਸਾਈਟ ਦੀ ਜੋ ਰਿਕੁਆਇਰਮੈਂਟ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ, ਔਰ ਤੁਸੀਂ ਆਪਣੇ ਆਪ ਪੜ੍ਹੋਗੇ ਤਾਂ ਮਤਲਬ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ ਜੀ। ਹਾਂ, ਜਦੋਂ ਬੰਦੇ ਕਈ ਵਾਰ ਉਹ ਇਨਫੋਰਮੇਸ਼ਨ ਪ੍ਰੋਪਰ ਪੜ੍ਹਦੇ ਨਹੀਂ ਤੇ ਉਹ ਫਿਰ ਸਾਡੇ ਵਰਗੇ ਬੰਦੇ ਨੂੰ ਥੱਲੇ ਗਲਤ ਕਮੈਂਟ ਕਰਨ ਲੱਗ ਜਾਂਦੇ ਆ। ਉਹਨਾਂ ਲਈ ਇੱਕ ਬੇਨਤੀ ਜ਼ਰੂਰ ਆ ਕਿ ਬਾਈ ਜੀ ਜਾਂ ਤਾਂ ਪਹਿਲਾਂ ਆਪਦੀ ਇਨਫੋਰਮੇਸ਼ਨ ਨੂੰ ਅਪਡੇਟ ਕਰਕੇ ਗੱਲ ਕਰਿਆ ਕਰੋ। ਹਾਂ, ਜੇ ਵੀਰ ਜੀ ਨੂੰ ਵੈਸੇ ਕੋਈ ਚਾਹੀਦਾ, ਲਿੰਕ ਚਾਹੀਦਾ, ਆਪਾਂ ਸਾਰੇ ਦੇ ਦਿਆਂਗੇ। ਯੈਸ, ਇਹ ਟਰਮ ਐਂਡ ਕੰਡੀਸ਼ਨ ਅੱਜ ਦੀ ਡੇਟ 'ਚ ਉਹ ਹੈਗੀਆਂ ਫਾਰ ਸ਼ੋਰ। ਤੇ ਭਾਜੀ ਇੱਕ ਹੋਰ ਕਮੈਂਟ ਹੈਗਾ, ਇਹ ਹੈਗਾ ਸੁਖਚੈਨ ਸੰਧੂ ਜੀ ਨੇ, ਇਹ ਦੁਬਈ ਚੋਂ ਕਹਿੰਦੇ ਟਰੱਕ ਡਰਾਈਵਰ ਹੈਗਾ। ਇਹਨਾਂ ਵਾਸਤੇ ਦੱਸੋ ਕੁਝ ਵੀ ਕੀ ਕਰ ਸਕਦੇ ਨੇ ਵਾਸਤੇ? ਜੀ ਬਹੁਤ ਵਧੀਆ ਆਪਸ਼ਨ ਆ। ਮੈਨੀਟੋਬਾ ਦੇ ਵਿੱਚ ਜੇ ਅੱਜ ਦੇ ਅਕੋਰਡਿੰਗ ਜੇ ਮੈਨੀਟੋਬਾ ਦੇ ਵਿੱਚ ਬੰਦਾ ਗ੍ਰੈਜੂਏਟ ਆ, 5.5 ਬੈਂਡ ਆ, ਡਾਇਰੈਕਟ PR ਦੇ ਤੁਹਾਡੇ ਪੁਆਇੰਟ ਪੂਰੇ ਹੁੰਦੇ ਨੇ। ਈਵਨ ਜੇ ਤੁਹਾਡੇ ਕੋਲ ਬਲੱਡ ਰਿਲੇਸ਼ਨ ਹੋਵੇ ਜਾਂ ਤੁਹਾਡੇ ਕੋਲ ਇੱਥੋਂ ਦੀ ਜੋਬ ਆਫਰ ਹੋਵੇ, ਕਈ ਜਿਵੇਂ ਮਾਮੇ ਭੂਆ ਦੇ ਬੱਚੇ ਹੈਗੇ ਆ, ਤਾਂ ਉਹਦੇ ਲਈ ਤੁਹਾਨੂੰ ਆਇਲਟਸ ਸਕੋਰ 6.5 ਬੈਂਡ ਚਾਹੀਦਾ ਹੁੰਦਾ ਬਲੱਡ ਰਿਲੇਸ਼ਨ ਸਪਾਂਸਰਸ਼ਿਪ ਦੇ ਵਿੱਚ। ਫਿਰ ਵੀ ਤੁਹਾਡੇ ਕੋਲ PR ਹੈਗੀ ਫਾਰ ਸ਼ੋਰ ਆ। ਓਕੇ, ਨਾਰਮਲ ਭਾਜੀ ਜਿਵੇਂ ਦੁਬਈ ਬੈਠੇ ਨੇ ਮੁੰਡੇ ਨੇ ਹਨਾ, +2 ਕੀਤੀ ਹੁੰਦੀ ਹੈ, ਟਰੱਕ ਡਰਾਈਵਰ ਹੈ, ਉਹਦੇ ਵਾਸਤੇ ਕਿਹੜੀਆਂ ਕੰਡੀਸ਼ਨਸ ਹੈ? ਕਿਉਂਕਿ ਇਹ ਬਾਰ-ਬਾਰ ਇਹੀ ਸਵਾਲ ਆਉਂਦਾ ਕਿ ਸਾਨੂੰ ਦੁਬਈ ਤੋਂ ਦੱਸੋ ਵੀ ਅਸੀਂ ਕਿਵੇਂ ਮੂਵ ਹੋ ਸਕਦੇ ਹਾਂ। ਅਗੇਨ ਵੀਰ ਜੀ ਸਭ ਤੋਂ ਪਹਿਲਾਂ ਆਪਦੀ ਇੰਗਲਿਸ਼ ਇੰਪਰੂਵ ਕਰੋ। ਇੱਥੇ ਆ ਕੇ ਵੀ ਇਹ ਕੁਝ ਕਰਨਾ ਪੈਣਾ ਤਾਂ ਜੇ ਮਿਨੀਮਮ, ਕਿਉਂਕਿ ਜਿਹੜੇ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਆਪਣੇ ਵੀਰ ਦੁਬਈ ਬੈਠੇ ਹੁੰਦੇ ਨੇ ਹਨਾ, ਉਹਨਾਂ ਦੀ ਇੰਗਲਿਸ਼ ਤੇ ਇੰਨੀ ਕੋਈ ਵਧੀਆ ਪਕੜ ਨਹੀਂ ਹੁੰਦੀ ਹਨਾ। ਘੱਟ ਤੋਂ ਘੱਟ ਤੁਸੀਂ ਇੱਕ ਡਰਾਈਵਰ ਨੂੰ ਕਿੰਨੇ ਬੈਂਡ ਤੇ ਲਿਜਾ ਸਕਦੇ ਹੋ ਕੈਨੇਡਾ? CLV 5 ਹੋਣਾ ਜ਼ਰੂਰੀ ਹੈ ਵੀਰ ਜੀ, ਜਿਹਦੇ ਵਿੱਚ
ਮੰਨ ਲਓ ਵੀ ਇਕੱਲੇ ਰਾਈਟਿੰਗ ਦੇ ਵਿੱਚੋਂ 4.5 ਬੈਂਡ ਔਰ ਬਾਕੀਆਂ ਚੋਂ 5 5 5 5 ਹੋ ਉਹ ਵੀ ਜਾ ਸਕਦਾ ਡਰਾਈਵਰ। ਬਿਲਕੁਲ ਜਾ ਸਕਦਾ। ਇਹਨੂੰ ਕਿੰਨਾ ਕੁ ਟਾਈਮ ਲੱਗਦਾ ਭਾਜੀ ਜਿਹੜਾ ਇਹ ਦੁਬਈ ਤੋਂ ਆਪਾਂ ਜਦੋਂ ਸੇਮ ਥਿੰਗ ਆ। ਮੈਂ ਦੇਖੋ ਡਿਪੈਂਡ ਔਨ ਦਾ ਇਹਨਾਂ ਕੋਲ ਆਫਰ ਆ ਗਈ ਜਦੋਂ ਇਹਨਾਂ ਨੂੰ ਮੰਨ ਲਓ ਵੀ ਫਾਰ ਐਗਜ਼ਾਮਪਲ ਹੁਣ ਅੱਜ ਇਹਨਾਂ ਨੇ ਅਪਲਾਈ ਕਰਤਾ, ਇਹਨਾਂ ਨੂੰ ਆਫਰ ਲੈਟਰ ਇਸ਼ੂ ਹੋਊਗੀ ਤਾਂ ਇਹ ਨੈਕਸਟ ਵੀਕ ਅਪਲਾਈ ਕਰ ਸਕਦੇ। ਉਸ ਤੋਂ ਬਾਅਦ ਹਾਈ ਕਮਿਸ਼ਨ ਦਾ ਪ੍ਰੋਸੈਸ ਆ ਜਿਹੜਾ ਉਹ ਆਨਲਾਈਨ ਉੱਤੇ ਸ਼ੋ ਕਰਦਾ 4 ਤੋਂ 12 ਹਫ਼ਤੇ ਦਾ ਸਰ ਜੀ। ਓਕੇ, 1 ਮਹੀਨੇ ਤੋਂ ਮੰਨ ਲਓ 3 ਮਹੀਨੇ ਦਾ ਪ੍ਰੋਸੈਸ ਸ਼ੋ ਕਰਦੀ ਹੈ ਹਾਈ ਕਮਿਸ਼ਨ, ਕਈ ਵਾਰ ਉਦੋਂ ਪਹਿਲਾਂ ਵੀ ਦੇ ਦਿੰਦੇ ਆ। ਦਲਜੀਤ ਮਾਨ ਕਮੈਂਟ ਕਰ ਰਹੇ ਨੇ ਜੀ ਭਾਜੀ ਆਸਟ੍ਰੇਲੀਆ ਦਾ ਵਰਲਡ ਕੱਪ ਵੀਜ਼ਾ ਕਦੋਂ ਸ਼ੁਰੂ ਹੋਣਾ ਹੈ ਭਾਜੀ? ਦੇਖੋ ਦਲਜੀਤ ਜੀ, ਆਸਟ੍ਰੇਲੀਆ ਟਿਲ ਨਾਓ ਹੁਣ ਤੱਕ ਵੀ ਐਪਲੀਕੇਸ਼ਨ ਐਕਸੈਪਟ ਕਰ ਰਿਹਾ ਹੈਗਾ ਤੇ ਵਰਲਡ ਕੱਪ ਵੀ ਹਲੇ ਮਤਲਬ ਕੈਂਸਲ ਨਹੀਂ ਹੋਇਆ। ਜਿਹੜੀ ਉਹਦੀ ਮੀਟਿੰਗ ਅਗਲੀ 10 ਜੂਨ ਨੂੰ ਹੈਗੀ ਆ, ਉਹਦੇ ਬਾਰੇ ਉਹਨਾਂ ਨੇ ਆਪਣਾ ਜਿਹੜਾ ਉਹ ਦੱਸਣਗੇ ਵੀ ਅੱਗੇ ਕੀ ਕਰਨਾ ਹੈ। ਪਰ ਹਾਂ ਇੱਕ ਗੱਲ ਕਲੀਅਰ ਹੈ, ਅਸੀਂ ਪਿਛਲੇ ਵੀਕ ਵੀ ਐਪਲੀਕੇਸ਼ਨਾਂ ਪਾਈਆਂ ਨੇ ਆਸਟ੍ਰੇਲੀਆ ਹਾਈ ਕਮਿਸ਼ਨ ਨੂੰ ਤੇ ਹੁਣ ਵੀ ਪਾ ਰਹੇ ਹੈਗੇ ਆ। ਆਸਟ੍ਰੇਲੀਆ ਹਾਈ ਕਮਿਸ਼ਨ ਐਕਸੈਪਟ ਕਰ ਰਿਹਾ ਐਪਲੀਕੇਸ਼ਨਸ, ਆ ਸਟੇਟਸ ਹੈ ਭਾਜੀ। ਇੱਕ ਸਵਾਲ ਹੋਰ ਹੈਗਾ, ਜਿਹੜੇ ਬੱਚੇ ਮਤਲਬ ਹੁਣੇ ਥੋੜੀ ਦੇਰ ਪਹਿਲਾਂ ਸਵਾਲ ਆਇਆ ਇੱਕ, ਜਿਹੜੇ ਬੱਚੇ ਹੈਗੇ ਨੇ ਨਾ ਜਦੋਂ ਬੰਦਾ ਪੀਆਰ ਤੇ ਜਾਂਦਾ ਹੈਗਾ, ਬੱਚਿਆਂ ਦੀ ਏਜ ਕਿੱਥੇ ਕਿੰਨੀ ਏਜ ਤੱਕ ਬੱਚਾ ਜਿਹੜਾ ਮਾਂ ਪਿਓ ਦੇ ਨਾਲ ਜਾ ਸਕਦਾ ਹੈ? ਮੈਂ ਵੀਰ ਜੀ ਪਹਿਲਾਂ ਬਾਈ ਹੁਣ ਦੱਸੇ ਦੌਰੇ ਦੱਸਣਾ ਚਾਹੁੰਦਾ, ਜਿਹੜੇ ਤਾਂ 18 ਸਾਲ ਤੋਂ ਤੇ 21 ਸਾਲ ਤੋਂ ਏਜ ਲਿਮਿਟ ਰੱਖੀ ਹੁੰਦੀ ਹੈ, ਉਹ ਜਿਹੜੇ ਬੱਚੇ ਨਹੀਂ ਪੜ੍ਹਾਈ ਕਰਦੇ, ਜਿਵੇਂ ਮੰਨ ਲਓ ਵੀ ਪੜ੍ਹਾਈ ਤੋਂ ਬਿਨਾਂ ਵਾਲੇ ਆ, ਪੜ੍ਹਨੋਂ ਹੀ ਹਟ ਗਏ, ਪਰ ਜੇ ਬੱਚਾ ਰੈਗੂਲਰ ਪੜ੍ਹ ਰਿਹਾ, ਚਾਹੇ ਉਹ ਮਾਸਟਰ ਡਿਗਰੀ ਕਰ ਜੇ ਚਾਹੇ PhD ਕਰ ਜੇ, ਸਟਿਲ ਉਹ ਡਿਪੈਂਡੈਂਟ ਔਨ ਦਾ ਪੇਰੈਂਟਸ, ਉਹ ਸਟਿਲ ਉਹ ਜਾ ਸਕਦਾ, ਚਾਹੇ ਉਹ 30 ਸਾਲ ਦੀ ਏਜ ਹੋ ਜੇ, ਡਜ਼ਨਟ ਮੈਟਰ। ਮਤਲਬ ਜਿਹੜਾ ਬੱਚਾ ਪੜ੍ਹਦਾ ਹੈ ਉਹਦੀ ਏਜ ਭਾਵੇਂ 30 ਸਾਲ ਹੋ ਜਾਏ, ਉਹ ਨਾਲ ਜਾ ਸਕਦਾ ਹੈ। ਬਿਲਕੁਲ ਡਿਪੈਂਡੈਂਟ ਹੋਣਾ ਚਾਹੀਦਾ ਔਰ ਅਨਮੈਰਿਡ ਹੋਣਾ ਚਾਹੀਦਾ। ਤੇ ਭਾਜੀ ਜਿਹੜੇ +2 ਨੇ ਹਨਾ, ਜਿਨ੍ਹਾਂ ਨੇ +2 ਕੀਤੀ ਹੈ 5.5 ਬੈਂਡ ਨੇ, ਕੀ ਉਹ ਵੀ ਪੀਆਰ ਵਾਸਤੇ ਐਲੀਜੀਬਿਲਟੀ ਰੱਖਦੇ ਹੈਗੇ? ਹਾਂਜੀ ਵੀਰ ਜੀ, ਬਹੁਤ ਸਾਰੀਆਂ ਕੈਟਾਗਰੀ ਹੈਗੀਆਂ, ਕੁੱਕ ਹੋ ਗਈਆਂ, ਟਰੱਕ ਡਰਾਈਵਰ ਹੋ ਗਏ, ਉਹ ਪਹਿਲਾਂ ਇੱਥੇ ਵਰਕ ਪਰਮਿਟ ਤੇ ਆ ਸਕਦੇ ਨੇ, ਆਫਟਰ ਵਰਕ ਪਰਮਿਟ ਉਹ ਇੱਥੇ ਕੁਆਲੀਫਾਈ ਕਰ ਸਕਦੇ ਨੇ ਪੀਆਰ ਲਈ। ਆਪਸ਼ਨਾਂ ਬਥੇਰੀਆਂ ਨੇ, ਜਸਟ ਡਿਪੈਂਡ ਔਨ ਦਾ ਉਹਨਾਂ ਦੇ ਐਕਸਪੀਰੀਅੰਸ ਤੇ ਅਗੇਨ। ਓਕੇ, ਉਹਨਾਂ ਦੇ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਹੈ। ਹੁਣ ਆਪਾਂ ਕਿਉਂਕਿ ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਵੀ ਆ ਜਾਓ, ਵੀ ਹੁਣ ਕਈ ਵਾਰ ਕੀ ਹੁੰਦਾ ਵੀ ਬੰਦਾ ਕਹਿੰਦਾ ਮੈਂ ਤਾਂ +2 ਆ ਜੀ, ਮੈਂ ਤਾਂ ਟ੍ਰੇਡ ਦੇ ਵਿੱਚ ਆ ਗਿਆ, ਤੇ ਟ੍ਰੇਡ 'ਚ ਉਹਨੂੰ ਸਰਟੀਫਿਕੇਟ ਜ਼ਰੂਰੀ ਹੈ। ਕੁਛ ਕੁ ਅਨਟ੍ਰੇਡ ਜਿਵੇਂ ਸਕਿੱਲ ਜ਼ਿਆਦਾ ਨਹੀਂ ਲੋੜ, ਉਹਦੇ ਵਿੱਚ ਕੋਈ ਉਹਨੂੰ ਪੜ੍ਹਾਈ ਦੀ ਲੋੜ ਨਹੀਂ। ਓਕੇ, ਇੱਕ ਨੈਨੀ ਆ ਜਾਂਦੀ ਉਹਦੇ ਵਿੱਚੋਂ, ਜਿਵੇਂ ਨੈਨੀ ਰੱਖ ਲਓ, ਨੈਨੀ ਵਾਲੇ ਤੁਸੀਂ ਆਮ ਸੁਣਿਓ +2 ਕਰਨ ਤੋਂ ਬਾਅਦ ਉਹ ਬੱਚੇ ਆ ਰਹੇ ਜਿਹੜਾ ਇੱਕ ਸਰਟੀਫਿਕੇਟ ਦਿੰਦੇ ਆ, ਪ੍ਰਾਈਵੇਟ ਸੰਸਥਾ ਜਾਂ ਮੋਸਟਲੀ ਜਿਹੜੇ ਨੈਨੀ ਕੋਰਸ ਕਰਾ ਰਹੇ ਨੇ, ਤਾਂ ਉਹ ਜਸਟ ਉਹਨੂੰ ਅਵੇਅਰਨੈਸ ਪ੍ਰੋਗਰਾਮ ਹੀ ਆ, ਸੇਮ ਬ੍ਰਿਜਿੰਗ ਕੋਰਸ 6 ਮਹੀਨੇ ਦਿੰਦੇ ਆ, ਤਾਂ ਬੱਚਾ ਵੀ ਵਰਕ ਪਰਮਿਟ ਤੇ ਆ ਜਾਂਦਾ। ਪਰ ਮੈਂ ਇੱਕ ਗੱਲ ਦੁਬਾਰਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੇ ਨੈਨੀ ਦੇ ਰੂਲ ਉਹ ਚੇਂਜ ਹੋ ਗਏ ਨੇ। ਮਿਨੀਮਮ ਆਫਟਰ +2 1 ਸਾਲ ਦਾ ਕੈਨੇਡੀਅਨ ਡਿਪਲੋਮਾ ਡਿਗਰੀ ਹੋਣਾ ਜ਼ਰੂਰੀ ਹੈ, ਜਿਹੜਾ ਕਿ ਸਭ ਤੋਂ ਵਧੀਆ ਪੰਜਾਬ ਦੇ ਵਿੱਚ ਨਰਸਾਂ ਨੇ, ANM, GNM, BSc ਨਰਸਿੰਗ। ਓਕੇ, ਤਾਂ 5.5 ਬੈਂਡ ਉਹਨਾਂ ਦੇ ਓਵਰਆਲ 5.5 ਬੈਂਡ ਹੋਣ, ਤੇ ਵਿਦ ਫੈਮਿਲੀ ਉਹ ਆ ਸਕਦੇ ਨੇ। 2 ਸਾਲ ਪਲੱਸ ਦਾ ਐਕਸਪੀਰੀਅੰਸ ਹੋਵੇ, ਇੱਥੇ ਆ ਕੇ 2 ਸਾਲ ਉਹਨੂੰ ਕੈਨੇਡੀਅਨ ਐਕਸਪੀਰੀਅੰਸ ਹੈਵ ਟੂ ਜ਼ਰੂਰੀ ਆ। ਆਫਟਰ 2 ਈਅਰ ਉਹ PR ਅਪਲਾਈ ਕਰ ਸਕਦੇ ਨੇ। ਠੀਕ ਹੈ ਜੀ। ਭਾਜੀ ਇੱਕ ਹੋਰ ਸਵਾਲ ਹੈ, RPNP ਬਾਰੇ ਦੱਸੋ ਕੁਝ। RPNP ਮਤਲਬ ਜਿਹੜਾ ਰੂਰਲ ਨਾਰਥਰਨ ਪ੍ਰੋਗਰਾਮ ਤੁਸੀਂ ਕਹਿ ਰਹੇ ਨੇ? ਹਾਂਜੀ ਹਾਂਜੀ, ਇਹਨੇ ਲਿਖਿਆ RNIP, ਕੁਝ ਹੋਰ ਪੁੱਛਣਾ ਚਾਹੁੰਦਾ ਸੀ। ਉਹ ਹੈਗਾ ਨਹੀਂ, ਉਹੀ ਆ ਜਾਂਦਾ ਗਾ, ਉਹ ਪਾਇਲਟ ਪ੍ਰੋਗਰਾਮ ਮੈਨੂੰ ਪਤਾ ਜੀ, ਰੂਰਲ ਹੈਗਾ ਉਹਨੂੰ, ਸੌਰੀ ਮੈਂ ਭੁੱਲ ਗਿਆ, ਪਰ ਨਾਰਦਰਨ ਰੂਰਲ ਪਾਇਲਟ ਪ੍ਰੋਗਰਾਮ ਸਮਥਿੰਗ ਲਾਈਕ ਦੈਟ ਆ। ਇਹਦੀ ਵੀ ਸੇਮ ਹੁੰਦੀ ਹੈ ਜਿਹੜੀ ਰਿਕੁਆਇਰਮੈਂਟ ਹੈ ਭਾਜੀ? ਗੱਲ ਉੱਥੇ ਆ ਕਿ ਵੀਰ ਜੀ ਹਰ ਜਗ੍ਹਾ EMPLOYER ਚਾਹੀਦਾ। ਓਕੇ, ਹੁਣ ਆਪਣੇ ਬੰਦੇ ਜਾਂ ਸਾਡੇ ਨਾਲ ਦੇ ਏਜੰਟਸ ਉਹ ਕਹਿੰਦੇ ਜੀ ਰੂਰਲ ਨਾਰਦਰਨ ਪਾਇਲਟ ਪ੍ਰੋਗਰਾਮ ਚਲਾ ਲਓ, ਲਾ ਤਾਂ ਲੈਣਗੇ ਪਰ ਲਾਉਣਗੇ ਕਿਵੇਂ? ਅਗੇਨ ਫਿਰ ਉੱਥੇ ਗੱਲ ਆ ਗਈ, ਜੌਬ ਲੈਟਰ ਚਾਹੀਦੀ ਹੈ। ਜਦੋਂ ਤੁਹਾਡੇ ਕੋਲ ਜੌਬ ਲੈਟਰ ਆ, ਚਾਹੇ ਤੁਹਾਡੇ ਕੋਲ ਅਟਲਾਂਟਿਕ ਪਾਇਲਟ ਪ੍ਰੋਗਰਾਮ ਵਿੱਚ ਆ ਜਾਂ ਰੂਰਲ ਜਿਹੜਾ ਨਾਰਦਰਨ ਪਾਇਲਟ ਪ੍ਰੋਗਰਾਮ ਉਹਦੇ 'ਚ ਆ ਗਿਆ, ਜਿਹੜੇ 'ਚ ਮਰਜ਼ੀ ਆ, ਅਖੀਰ ਤੁਹਾਡੇ ਕੋਲ ਜੌਬ ਲੈਟਰ ਜ਼ਰੂਰੀ ਹੈ। ਓਕੇ, ਜੌਬ ਲੈਟਰ ਹੋਣੀ ਜ਼ਰੂਰੀ ਹੈ, ਜਿਹਨੂੰ ਲੀਮੀ ਆਪਾਂ ਕਹਿੰਦੇ ਹਾਂ ਤੁਹਾਡੇ ਕੋਲ। ਹਾਂਜੀ, ਠੀਕ ਹੈ ਜੀ। ਤੇ ਭਾਜੀ ਆ ਇੱਕ ਹੋਰ ਸਵਾਲ ਆਇਆ ਕਿ ਕੋਈ ਇਨਵੈਸਟਮੈਂਟ ਪ੍ਰੋਗਰਾਮ ਹੈ ਕੈਨੇਡਾ ਦੇ ਵਿੱਚ? ਬਿਲਕੁਲ ਚੱਲਦੇ ਆ ਜੀ, ਕਿੰਨੇ ਪ੍ਰੋਗਰਾਮ ਚੱਲਦੇ ਆ, ਉਹਦੇ ਤਾਂ ਹੁਣ ਡਿਪੈਂਡ ਫਿਰ ਇਹਨਾਂ ਦੀ ਪ੍ਰੋਫਾਈਲ ਤੇ ਆ ਗਿਆ, ਇਹਨਾਂ ਦਾ ਕੋਲੇ ਲਿਕੁਇਡ ਕਿੰਨੀ ਆ, ਇਹਨਾਂ ਕੋਲੇ ਨੈਟਵਰਥ ਕਿੰਨੀ ਆ, ਇਹਨਾਂ ਦੀ ਲੈਂਗੁਏਜ ਦਾ ਪਕੜ ਕਿੰਨੀ। ਅਗੇਨ ਬਿਨਾ ਆਇਲਟਸ ਤੋਂ ਉਹਦੇ ਵਿੱਚ ਫਿਰ ਪ੍ਰੋਬਲਮ। ਮਿਨੀਮਮ ਰਿਕੁਆਇਰਮੈਂਟ ਕੀ ਹੈ ਜੀ ਇਨਵੈਸਟਮੈਂਟ ਦੀ ਤੁਹਾਡੇ ਮੁਤਾਬਿਕ? ਇਨਵੈਸਟਮੈਂਟ ਦੀ ਹਰੇਕ ਸਟੇਟ ਦੀ, ਹਰੇਕ ਪ੍ਰੋਵਿੰਸ ਦੀ ਅਲੱਗ-ਅਲੱਗ ਵੀਰ ਜੀ। ਮਤਲਬ ਪ੍ਰੋਗਰਾਮ ਹੈਗਾ, ਜਾ ਸਕਦਾ ਜੇ
ਬਹੁਤ ਲੋਕ ਜਾ ਰਹੇ ਨੇ, ਆ ਰਹੇ ਨੇ। ਤਾਂ ਉਹ ਤਾਂ ਫਿਰ ਅਗੇਨ ਆ ਗਿਆ ਨਾ, ਇਹਨਾਂ ਦਾ ਆਕੂਪੇਸ਼ਨ ਕੀ ਆ। ਆਪਣੇ ਬੰਦੇ ਕਹਿੰਦੇ ਭਾਜੀ ਅਸੀਂ ਕਰ ਲਾਂਗੇ ਨਹੀਂ ਵੀਰ ਜੀ, ਤੁਸੀਂ ਪਹਿਲਾਂ ਕੀ ਕਰ ਰਹੇ ਆ? ਓਕੇ ਓਕੇ ਤੁਸੀਂ ਆ ਕੇ ਕੈਨੇਡਾ 'ਚ ਬਿਜ਼ਨਸ ਸਟਾਰਟ ਕਰਨਾ ਗਾ ਐਜ਼ ਪਰ ਲਾ, ਤੇ ਬਿਜ਼ਨਸ ਸਟਾਰਟ ਕਰਨਾ, ਤੁਹਾਨੂੰ ਨੌਲੇਜ ਕਾਹਦੀ ਆ, ਤੁਹਾਡੀ ਐਜੂਕੇਸ਼ਨ ਕੀ ਆ, ਤੁਹਾਡੇ ਕੋਲੇ ਟੋਟਲ ਪ੍ਰਾਪਰਟੀ ਕੀ ਆ, ਤੁਹਾਡੀ ਉਹ ਜਿਹੜੀ ਤੁਹਾਡੇ ਉਹਨਾਂ ਦੀ ਬੋਡੀ ਬਣੀ ਹੋਈ ਆ ਪ੍ਰਾਈਵੇਟ ਸੈਕਟਰ ਦਾ, ਉਹ ਤੁਹਾਡੀ ਸਾਰੀ ਇਨਕਮ ਨੂੰ ਪਹਿਲਾਂ ਸਰਟੀਫਾਈ ਕਰਦੇ ਆ, ਫਿਰ ਤੁਹਾਨੂੰ ਵੀਜ਼ਾ ਮਿਲੂਗਾ। ਓਕੇ ਓਕੇ ਤੇ ਏਕਮ ਸੰਧੂ ਦਾ ਸਵਾਲ ਹੈਗਾ ਜੀ, ਟਰੱਕ ਡਰਾਈਵਰ ਲਈ ਇੱਥੋਂ ਕੰਪਨੀ ਤੋਂ ਕੋਈ ਪੇਪਰ ਲੈਣਾ ਪਊਗਾ ਜਾਂ ਗਲਫ ਦਾ ਲਾਇਸੈਂਸ ਆਈਲੈਟਸ ਹੀ ਚੱਲ ਜੂਗਾ ਜੀ? ਨਹੀਂ, ਵਿਦਆਊਟ ਐਕਸਪੀਰੀਅੰਸ ਕਿਵੇਂ ਹੋ ਜਾਵੇ ਜੀ? ਐਕਸਪੀਰੀਅੰਸ ਤਾਂ ਪਹਿਲਾਂ ਮਸਟ ਹੈਗਾ। ਓਕੇ ਵਿਦਆਊਟ ਐਕਸਪੀਰੀਅੰਸ ਕੁਝ ਵੀ ਨਹੀਂ। ਆਪਾਂ ਬਾਰ-ਬਾਰ ਗੱਲ ਕਰਦੇ ਆ, ਐਜੂਕੇਸ਼ਨ, ਐਕਸਪੀਰੀਅੰਸ, ਆਇਲਟਸ, ਤਿੰਨ ਚੀਜ਼ਾਂ ਬਹੁਤ ਜ਼ਰੂਰੀ ਆ। ਤੇ ਟਰੱਕ ਡਰਾਈਵਰ ਨੂੰ ਭਾਜੀ ਕਿੰਨਾ ਕੁ ਐਕਸਪੀਰੀਅੰਸ ਦੀ ਲੋੜ ਹੈਗੀ ਹੈ ਦੁਬਈ ਤੋਂ ਜਾਂ ਕਿਸੇ ਹੋਰ ਥਾਂ ਤੋਂ? ਭਾਜੀ 3 ਈਅਰ ਪਲੱਸ, ਮਿਨੀਮਮ 3 ਇਅਰ। ਕਿਉਂਕਿ 2 ਈਅਰ ਪਲੱਸ ਐਕਚੁਅਲੀ ਕੀ ਆ ਵੀ ਕਈ ਵਾਰ ਜਿਹੜੇ ਕੰਪਨੀਆਂ ਉਹਨਾਂ ਨੂੰ ਨਵੇਂ ਫਰੈਸ਼ਰ ਤਾਂ ਇੱਥੋਂ ਮਿਲ ਰਹੇ ਹੁੰਦੇ, ਉਹ ਚਾਹੁੰਦੇ ਹੁੰਦੇ ਕਿ ਉਹ ਟੈਕਨੀਕਲ ਅਸਰ ਕੀ, ਉਹਨਾਂ ਦੀ ਇੰਸ਼ੋਰੈਂਸ ਘਟਾਉਣ ਵਾਲਾ ਸੌਦਾ ਹੁੰਦਾ ਵੀਰ ਜੀ। ਜਿੰਨਾ ਲਾਇਸੈਂਸ ਪੁਰਾਣਾ ਐਕਸਪੀਰੀਅੰਸ ਹੋ ਤਾਂ ਉਹਨਾਂ ਦੀ ਇੰਸ਼ੋਰੈਂਸ ਉਨੀ ਘਟ ਜਾਂਦੀ ਆ। ਇਸ ਕਰਕੇ ਹਰ ਇੱਕ ਬੰਦਾ ਚਾਹੁੰਦਾ ਕਿ ਸਾਨੂੰ ਐਕਸਪੀਰੀਅੰਸ ਵਾਲਾ ਬੰਦਾ ਮਿਲੇ, ਸਾਡੇ ਘੱਟ ਤੋਂ ਘੱਟ ਐਕਸੀਡੈਂਟ ਹੋਣ। ਓਕੇ ਕਿਉਂਕਿ ਜਿਹੜਾ ਕੈਨੇਡਾ ਦਾ ਵੈਦਰ ਆ, ਭਾਜੀ ਵੈਦਰ ਦੇ ਇੱਕ ਦਲਜੀਤ ਮਾਨ ਦਾ ਕੁਐਸਚਨ ਹੈਗਾ, ਇਟਲੀ ਤੋਂ ਨੇ ਇਹ। ਭਾਜੀ ਮੈਂ ਤੇ ਮੇਰੀ ਵਾਈਫ ਇਟਲੀ ਵਿੱਚ ਹਾਂ, ਮੇਰੀ ਵਾਈਫ ਨੇ ਜੀਐਨਐਮ ਕੀਤੀ ਹੋਈ ਹੈ, ਕੋਈ ਮੂਵ ਹੋਣ ਦਾ ਤਰੀਕਾ ਦੱਸੋ। ਪਹਿਲਾਂ ਆਪਾਂ ਇਹ ਗੱਲ ਕਰਕੇ ਹਟੇ, ਜੇ ਇਟਲੀ 'ਚ ਪੀਆਰ ਆ, ਪਹਿਲੀ ਗੱਲ ਤਾਂ ਇਹਨਾਂ ਨੂੰ ਈਟੀ ਔਨ ਅਰਾਈਵਲ ਵੀਜ਼ਾ ਮਿਲ ਜਾਂਦਾ, ਇੱਥੇ ਆ ਕੇ ਜੌਬ ਫਾਈਂਡ ਕਰ ਸਕਦੇ ਨੇ। ਅਗੇਨ ਜਾਂ ਜੌਬ ਲੈ ਕੇ ਆਓ ਜੀ। ਅਗੇਨ ਐਜੂਕੇਸ਼ਨ, ਐਕਸਪੀਰੀਅੰਸ, ਆਇਲਟਸ, ਤੁਸੀਂ ਇਟਲੀ 'ਚ ਕੰਮ ਕੀ ਕਰਦੇ, ਉਹਦੇ ਵਿਆਹ ਤੇ ਤੁਹਾਨੂੰ ਵਰਕ ਪਰਮਿਟ ਇੱਥੇ ਮਿਲ ਜੂਗੀ। ਉਹਦੇ ਵਿਆਹ ਤੇ ਹੋ ਸਕਦਾ ਹੈਗਾ ਜੀ। ਹੋਰ ਭਾਜੀ ਤੁਸੀਂ ਆਪਣੇ ਵੱਲੋਂ ਜਿਹੜੇ ਆਪਣੇ ਲੋਕ ਨੇ ਇੱਥੇ ਹਨਾ, ਕੀ ਕਹਿਣਾ ਚਾਹੋਗੇ, ਕੀ ਮਤਲਬ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਕਿ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਤੇ ਘੱਟ ਤੋਂ ਘੱਟ ਕੁਆਲੀਫਿਕੇਸ਼ਨ ਔਰ ਜਿਹੜੇ ਤੁਹਾਡਾ ਜਿਹੜਾ ਕ੍ਰਾਈਟੇਰੀਆ ਘੱਟ ਤੋਂ ਘੱਟ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦੱਸੋ ਜਿਵੇਂ ਜਿਹਦੇ ਵਿੱਚ ਨਾਰਮਲ ਬੰਦਾ ਜਿਹੜਾ ਉਹ ਕੈਨੇਡਾ ਮੂਵ ਕਰ ਸਕੇ। ਵੀਰ ਜੀ ਐਜੂਕੇਸ਼ਨ ਜਾਂ ਆਪਾਂ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਹਰੇਕ ਚੀਜ਼ ਤੇ ਅਲੱਗ-ਅਲੱਗ ਹੋ ਜਾਂਦਾ, ਪਰ ਪਹਿਲਾ ਸਟੈਪ ਇਹ ਆ ਕਿ ਤੁਹਾਡੇ ਖਾਸ ਕਰ ਆਪਾਂ ਦੌਰੇ ਗੱਲ ਕਰਦੇ ਆ, ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਹੋਇਆ ਕਿ ਆਪਣੇ ਬੱਚਿਆਂ ਨੂੰ ਸਟੂਡੈਂਟ ਭੇਜਣਾ। ਓਕੇ ਤਾਂ ਮੈਂ ਉਹ ਸਾਰਿਆਂ ਦੇ ਵਿੱਚ ਇੱਕ ਚੀਜ਼ ਐਡ ਆਨ ਕਰਨੀ ਚਾਹੁੰਦਾ, ਬਹੁਤ ਵਧੀਆ ਹੈਗਾ, ਪਰ ਇੱਕ ਕੁਐਸਚਨ ਹੈ ਵੀ ਜਿਹੜੇ ਬੱਚੇ ਨੂੰ ਤੁਸੀਂ ਹਾਂਜੀ ਇੱਥੇ ਬੱਸ ਦੇ ਅੱਡੇ ਤੇ ਆਪਾਂ ਇੱਕ ਬੰਦਾ ਇਕੱਲਾ ਨਹੀਂ ਜਾਣ ਦਿੰਦਾ, ਨਾਲ ਪੇਰੈਂਟਸ ਬੱਸ ਤੇ ਵੀ ਚੜਾਉਣ ਜਾਂਦੇ ਨੇ। ਬਿਲਕੁਲ ਉਹ ਬੱਚਿਆਂ ਨੂੰ ਤੁਸੀਂ ਇੱਥੇ ਕੰਟਰੀ 'ਚ ਭੇਜ ਰਹੇ ਆ। ਪਰ ਮੈਂ ਉਹ ਮਾੜਾ ਨਹੀਂ ਕਹਿੰਦਾ, ਮੈਂ ਉਹਨਾਂ ਬੱਚਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਜਿਗਰਾ ਕੱਢ ਕੇ ਇੱਥੇ ਆਉਂਦੇ ਨੇ ਜਿੱਥੇ ਕੋਈ ਜਾਣਦਾ ਨਹੀਂ ਹੁੰਦਾ। ਪਰ ਜੇ ਉਹੀ ਪੇਰੈਂਟਸ ਚਾਹਣ, ਵਾਈ ਨਾਟ ਪੂਰੀ ਫੈਮਿਲੀ ਨਾਲ ਆ ਜਾਣ, ਤੇ ਕੀ ਉਹ ਸਵਾਦ ਡਿਫਰੈਂਟ ਨਹੀਂ ਹੋਊਗਾ? ਇੰਜੋਏ ਨਹੀਂ ਕਰ ਸਕਦੇ? ਮੈਂ ਇਹ ਗੱਲ ਕਲੀਅਰ ਕਰ ਸਕਦਾ ਦੋਸਤੋ, ਜਿਹੜਾ ਪਿਛਲਾ ਪ੍ਰੋਗਰਾਮ ਕੀਤਾ ਸੀਗਾ ਉਹਦੇ ਤੇ ਵੀ ਅਸੀਂ ਇਸ ਗੱਲ ਤੇ ਜ਼ੋਰ ਦਿੱਤਾ ਸੀਗਾ ਕਿ ਜਿਹੜੇ ਪੇਰੈਂਟਸ ਗ੍ਰੈਜੂਏਟ ਨੇ, ਜਿਨ੍ਹਾਂ ਦੀ ਜਿਹੜੀ ਏਜ ਹੈ 38 40 45 ਸਾਲ ਤੱਕ ਹੈਗੀ ਹੈ ਨਾ, ਜਿਨ੍ਹਾਂ ਦੇ 2 ਬੱਚੇ ਨੇ ਜਾਂ ਜਿਨ੍ਹਾਂ ਦਾ 1 ਬੱਚਾ ਹੈਗਾ, ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਜਿਹੜਾ ਭੇਜਣਾ ਹੈਗਾ, ਉਹਨਾਂ ਵਾਸਤੇ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ ਬੈਸਟ ਹੈਗਾ। ਤੁਸੀਂ ਜਿੰਨੇ ਪੈਸੇ ਆਪਣੇ 2 ਬੱਚਿਆਂ ਦੀ ਸਟੱਡੀ ਤੇ ਖਰਚ ਕਰੋਗੇ ਉਸ ਤੋਂ ਵੀ ਘੱਟ ਪੈਸੇ ਦੇ ਵਿੱਚ ਤੁਸੀਂ ਆਪਦੀ ਪੂਰੀ ਫੈਮਿਲੀ ਦੇ ਨਾਲ ਪੀਆਰ ਤੇ ਜਾ ਸਕਦੇ ਹੋ। ਕਿਉਂ ਭਾਜੀ ਮੈਂ ਸਹੀ ਕਹਿ ਰਿਹਾ? ਬਿਲਕੁਲ ਸਹੀ ਗੱਲ ਹੈ ਜੀ। ਇਹਦੇ ਵਿੱਚ ਹਾਂਜੀ, ਇਹਦੇ ਵਿੱਚ ਜਿਹੜੇ ਕ੍ਰਾਈਟੇਰੀਆ ਉਹੀ ਹੈਗਾ ਕਿ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, 3 ਤੋਂ 5 ਸਾਲ ਦਾ ਤੁਹਾਡਾ ਤਜਰਬਾ ਹੋਵੇ, ਤੁਹਾਡੀ ਜਿਹੜੀ ਏਜ ਹੈ 25 ਤੋਂ 45 ਸਾਲ ਤੱਕ ਵੀ ਚੱਲ ਸਕਦੀ ਹੈਗੀ ਹੈ, ਤੇ ਤੁਹਾਡਾ ਜਿਹੜਾ ਆਈਲੈਟ ਸਕੋਰ ਹੈ ਉਹ ਮਿਨੀਮਮ 5.5 ਹੋਵੇ। ਤਾਂ ਕੁਝ ਪ੍ਰੋਗਰਾਮ ਇਸ ਤਰ੍ਹਾਂ ਦੇ ਹੈਗੇ ਨੇ, ਤੁਸੀਂ ਵਿਦ ਪੀਆਰ ਵਿਦ ਫੈਮਿਲੀ ਪੀਆਰ ਜਾ ਸਕਦੇ ਹੋ। ਤੁਹਾਡੇ ਬੱਚੇ ਦੀ ਏਜ ਭਾਵੇਂ 25 ਸਾਲ ਹੋਵੇ, ਬੱਚਾ ਸਟੂਡੈਂਟ ਹੋਣਾ ਚਾਹੀਦਾ ਹੈਗਾ, ਤੁਸੀਂ ਆਪ ਵਿਦ ਫੈਮਿਲੀ ਜਾ ਸਕਦੇ ਹੋ, ਘੱਟ ਖਰਚੇ ਦੇ ਵਿੱਚ ਬੱਚਿਆਂ ਦੇ ਨਾਲ ਜਾ ਸਕਦੇ ਹੋ। ਭਾਜੀ ਇਸ ਗੱਲ ਤੇ ਥੋੜਾ ਜਿਹਾ ਜਾਣਨਾ ਪਾਓ। ਵੀਰ ਜੀ ਸਭ ਤੋਂ ਵੱਡਾ ਬੈਨੀਫਿਟ ਇੱਕ ਆ ਜਿਹੜਾ ਟੈਕਨੀਕਲ ਸੋਚਣ ਵਾਲੀ ਗੱਲ ਆ, ਵੀ ਜਿਹੜੇ ਪੇਰੈਂਟਸ ਦੇ ਬੱਚੇ ਅੱਜ ਤੋਂ 5 ਜਾਂ 7 ਸਾਲ ਪਹਿਲਾਂ ਆਏ ਹੋਏ ਨੇ, ਕੋਈ ਬੱਚੇ ਹਜੇ ਵਰਕ ਪਰਮਿਟ ਤੇ ਨੇ, ਕੋਈ ਪੀਆਰ ਹੋ ਗਏ, ਹਾਂਜੀ, ਤੇ ਉਹ ਇੱਕ ਵਾਰ ਜ਼ਰੂਰ ਸੋਚਣ ਵੀ ਉਹ ਬੱਚਿਆਂ ਦੇ ਵਿਹਾਰ ਤੇ ਹਜੇ ਕਿੰਨੇ ਸਾਲਾਂ ਨੂੰ ਪੱਕੇ ਹੋਣਗੇ। ਬਿਲਕੁਲ ਪਹਿਲਾ ਸਟੈਪ। ਤਾਂ ਜਦੋਂ ਇਹ ਗੱਲ ਸਾਡੇ ਸਾਹਮਣੇ ਚਾਨਣਾ ਆ ਗਈ ਤਾਂ ਅਸੀਂ ਦੂਜੇ ਕੁਐਸਚਨ ਸਾਡੇ ਆਟੋਮੈਟਿਕਲੀ ਕਲੀਅਰ ਹੋ ਜਾਣਗੇ ਕਿ ਜੇਕਰ ਸਟੂਡੈਂਟ ਦੇ ਬਿਹਾਵ ਤੇ ਪੇਰੈਂਟਸ ਇੱਥੇ ਪੱਕੇ ਹੋਣਗੇ ਤਾਂ ਉਹਨਾਂ ਨੂੰ ਐਟ ਲੀਸਟ 10 ਤੋਂ 15 ਸਾਲ ਲੱਗ ਜਾਣੇ ਆ।
ਜਿਹਦੇ ਵਿੱਚ ਬੱਚਾ ਪਹਿਲਾਂ ਆ ਕੇ ਇੱਥੇ ਮਿਹਨਤ ਕਰੂਗਾ, ਪੜੂਗਾ, ਫਿਰ ਵਰਕ ਪਰਮਿਟ ਲਊਗਾ, ਫਿਰ ਪੀਆਰ ਲਊਗਾ, ਫਿਰ ਆਪਦੀ ਇਨਕਮ ਕ੍ਰੀਏਟ ਕਰੂਗਾ, ਉਨੀ ਜੌਬਾਂ ਵੱਧ ਕਰਕੇ, ਹਾਰਡ ਜੌਬ ਕਰਕੇ, ਦੋ ਜੌਬਾਂ ਕਰਕੇ, ਫਿਰ ਉਹ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨ ਦੇ ਕਾਬਲ ਹੋਊਗਾ। ਤੇ ਸਟਿਲ ਪਤਾ ਨਹੀਂ ਕਿ ਉਹ ਪੂਲ ਦੇ ਵਿੱਚ ਉਹਨਾਂ ਦੇ ਪਹਿਲੇ ਸਾਲ ਆਉਂਦਾ ਕਿ 5ਵੇਂ ਸਾਲ ਆਉਂਦਾ ਪੂਲ ਆ, ਕਿਉਂ 5000 ਐਪਲੀਕੇਸ਼ਨ ਲੈਂਦੇ ਤੇ ਆ। ਇਹਨੂੰ ਭਾਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਜਿਹੜਾ ਮੈਂ ਉਹੀ ਗੱਲ ਤੇ ਬਣਾ ਬਟ ਹਾਂਜੀ ਜੇਕਰ ਉਹੀ ਪੇਰੈਂਟਸ ਆਪ ਐਪਲੀਕੈਂਟ ਬਣ ਜਾਣ, ਜਿਹੜੇ 10 ਤੋਂ 15 ਸਾਲ ਦਾ ਸਮਾਂ ਉਹਨੂੰ ਘਟਾ ਕੇ 10 ਤੋਂ 15 ਮਹੀਨਿਆਂ ਚ ਲਿਆ ਸਕਦੇ ਨੇ। ਹੁਣ ਜੇ ਤਾਂ ਉਹਨਾਂ ਲਈ 10 ਤੋਂ 15 ਸਾਲ ਤੇ 10 ਤੋਂ 15 ਮਹੀਨੇ ਦੇ ਵਿੱਚ ਕੋਈ ਫਰਕ ਲੱਗਦਾ, ਫਿਰ ਤਾਂ ਇਹ ਬਹੁਤ ਵਧੀਆ ਪ੍ਰੋਜੈਕਟ ਆ, ਹਾਂਜੀ ਬਹੁਤ ਵਧੀਆ ਆਪਸ਼ਨ ਆ। ਤੇ ਇੱਕ ਪਹਿਲੇ ਦਿਨ ਹੀ ਪੂਰੀ ਫੈਮਿਲੀ ਨੇ ਇਕੱਠੇ ਜਾਣਾ। ਜੇ ਉਹਨਾਂ ਨੂੰ ਲੱਗਦਾ ਵੀ ਨਹੀਂ ਬਈ 10 ਤੋਂ 15 ਸਾਲ ਤੇ 10 ਤੋਂ 15 ਮਹੀਨੇ ਚ ਕੋਈ ਫਰਕ ਨਹੀਂ, ਫਿਰ ਉਹ ਬੰਦੇ ਸਾਡੀ ਗਾਂਹ ਵਾਲੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਣਗੇ ਤੇ ਸਮਝਣਗੇ ਨਹੀਂ। ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਉਹਨਾਂ ਮਾਪਿਆਂ ਨੂੰ, ਉਹਨਾਂ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚੇ 8ਵੀਂ ਪਲੱਸ ਨੇ ਹੈਗੇ, ਪਤਾ ਵੀ ਆਉਣ ਵਾਲੇ 2 ਤੋਂ 3 ਸਾਲ ਨੂੰ ਸਾਡੇ ਬੱਚੇ ਨੇ ਜਾਣਾ ਹੀ ਜਾਣਾ, ਹਾਂਜੀ, ਜਾਂ ਅਸੀਂ ਭੇਜਣਾ ਹੀ ਭੇਜਣਾ। ਤਾਂ 2 ਸਾਲਾਂ ਨੂੰ 3 ਸਾਲਾਂ ਨੂੰ ਤਿਆਰੀ ਕਰਨ ਦੀ ਬਜਾਏ ਉਹ ਪੇਰੈਂਟਸ ਅੱਜ ਤਿਆਰੀ ਕਰਨ ਤੇ ਆਪਦੇ ਬੱਚਿਆਂ ਨੂੰ ਕੈਨੇਡਾ 'ਚ ਫ੍ਰੀ ਆਫ ਕਾਸਟ ਤੇ ਕਿਉਂ ਨਾ ਪੜ੍ਹਾਉਣ। ਅਪ ਟੂ +2 ਤੱਕ ਤਾਂ ਪੜ੍ਹਾਈ ਫ੍ਰੀ ਆ। ਤੇ ਜਦੋਂ ਬੱਚੇ ਨੇ +2 ਕਰਨਾ ਉਦੋਂ ਪਹਿਲਾਂ ਉਹ ਆਪ ਪੀਆਰ ਹੋ ਜਾਣਗੇ ਤੇ ਗਾਂਹ ਵਾਲੀ ਸਟੱਡੀ ਵੀ ਵੈਸੇ ਉਹਨਾਂ ਨੂੰ ਬਹੁਤ ਘੱਟ ਵਾਜਬ ਰੇਟਾਂ ਤੇ ਮਿਲਦੀ ਹੈ। ਤੇ ਇਹ ਟੈਕਨੀਕਲੀ ਗੱਲ ਆ ਵੀ 10 ਤੋਂ 15 ਸਾਲ ਤੋਂ ਕੱਟ ਆਫ ਕਰਕੇ 10 ਤੋਂ 15 ਮਹੀਨੇ ਦੇ ਵਿੱਚ ਪੂਰਾ ਪਰਿਵਾਰ ਜਾ ਸਕਦਾ ਜੀ, ਕਿੱਥੇ ਇੱਕ ਬੱਚਾ ਜਾਊਗਾ। ਹਾਂਜੀ ਵੀਰ ਜੀ, ਠੀਕ ਹੈ ਜੀ। ਤੇ ਭਾਜੀ ਆਪਾਂ ਅਗਲਾ ਸਵਾਲ ਲੈ ਲੈਂਦੇ ਆ। ਏਕਮ ਸੰਧੂ ਦਾ ਸਵਾਲ ਹੈਗਾ ਜੀ, ਇਹ ਕਹਿੰਦੇ ਕਿ ਮੇਰਾ 3 ਸਾਲ ਪੁਰਾਣਾ ਲਾਇਸੈਂਸ ਹੈਗਾ ਜੀ, ਪਰ ਮੇਰੀ ਕੰਪਨੀ ਜਿਹੜੀ ਐਕਸਪੀਰੀਅੰਸ ਲੈਟਰ ਬਣਾ ਕੇ ਨਹੀਂ ਦਿੰਦੀ, ਇਹਦਾ ਕੋਈ ਹੱਲ ਦੱਸੋ ਵੀਰ ਜੀ। ਉਹਨਾਂ ਕੋਲੇ ਪੇ ਸਲਿੱਪਾਂ ਹੋਣਗੀਆਂ, ਉਹਨਾਂ ਕੋਲੇ ਲੌਗ ਬੁੱਕਾਂ ਹੋਣਗੀਆਂ, ਉਹਨਾਂ ਕੋਲੇ ਹੋਰ ਬੜੇ ਸਪੋਰਟਿੰਗ ਡਾਕੂਮੈਂਟ ਹੁੰਦੇ ਨੇ। ਗੱਲ ਸਮਝ ਗਏ ਨਾ? ਜੇ ਬੰਦੇ ਨੇ ਵਾਕਈ ਕੰਮ ਕਰਿਆ ਤਾਂ ਉਹਦੇ ਕੋਲੇ ਉਹਦੀ ਲੌਗ ਬੁੱਕ ਪਈਆਂ, ਜਿਹੜੀ ਡਰਾਈਵ ਚਲਾਈ ਆ। ਜਿਹੜੀ ਭਾਜੀ ਲੌਗ ਬੁੱਕ ਹੈ ਉਹ ਚੱਲਦੀ ਹੈ ਐਕਸਪੀਰੀਅੰਸ ਤੌਰ ਤੇ? ਭਾਜੀ ਸਭ ਤੋਂ ਵੱਡੀ ਲੌਗ ਬੁੱਕ ਆ ਐਕਸਪੀਰੀਅੰਸ। ਐਕਸਪੀਰੀਅੰਸ ਸਰਟੀਫਿਕੇਟ ਨਾਲੋਂ ਵੱਧ ਤਾਂ ਲੌਗ ਬੁੱਕ ਦਾ ਕੰਮ, ਕਿਉਂਕਿ ਉਹ ਤਾਂ ਜਦੋਂ ਜਿੰਨੇ ਘੰਟੇ ਕੰਮ ਕਰਿਆ ਉਹਦੇ ਕੋਲ ਪ੍ਰੂਫ ਪਿਆ। ਉਹਦੇ ਨਾਲ ਵੀ ਸੈਕੰਡ ਸਟੈਪ ਆ ਜਾਂਦਾ ਵੀ ਸੌਰੀ ਮੇਰਾ ਫੋਨ ਆ ਗਿਆ ਤੇ ਧਿਆਨ। ਲੌਗ ਬੁੱਕ ਹੋ ਗਿਆ, ਉਹਦੀ ਜਿਹੜੀ ਸੈਲਰੀ ਮਿਲਦੀ ਹੈ, ਬੈਂਕ ਸਟੇਟਮੈਂਟ ਹੋ ਗਈ, ਉਹਦੇ ਟੈਕਸ ਦੇ ਪੇਪਰ ਹੋ ਗਏ, ਉਹ ਸਾਰਾ ਕੁਝ ਉਹ ਵੀ ਇੱਕ ਸਪੋਰਟਿੰਗ ਡਾਕੂਮੈਂਟ ਆ। ਔਰ ਉਹ ਐਕਸਪਲੇਨ ਕਰ ਸਕਦਾ ਕਿ ਮੈਂ ਉੱਥੇ ਕੰਮ ਕੀਤਾ, ਮੇਰੀ ਉਸ ਕੰਪਨੀ ਨਾਲ ਡਿਊ ਟੂ ਐਸ ਰੀਜ਼ਨ ਕਰਕੇ ਪ੍ਰੋਬਲਮ ਆ। ਮੇ ਵੀ ਉਹ ਮੇਰੇ ਮੈਨੂੰ ਮੇਰਾ ਐਕਸਪੀਰੀਅੰਸ ਵੈਰੀਫਾਈ ਕਰਨ ਜਾਂ ਨਾ ਕਰਨ, ਕੰਪਨੀ ਦੀ ਫਿਰ ਇਮੀਗ੍ਰੇਸ਼ਨ ਆਫਿਸਰ ਤੇ ਹੋ। ਏਕਮ ਸੰਧੂ ਜੀ ਤੁਸੀਂ ਕਾਲ ਕਰ ਸਕਦੇ ਹੋ, ਭਾਵੇਂ ਹੁਣ ਕਰ ਲਓ ਜਾਂ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਰ ਸਕਦੇ ਹੋ। ਸਾਡਾ ਜਿਹੜਾ ਪ੍ਰੋਗਰਾਮ ਖਤਮ ਕਰਨ ਤੋਂ ਬੜਾ ਵਧੀਆ ਜੀ, ਹੁਣ ਵਧੀਆ ਚੱਲੀ ਜਾਂਦਾ। ਕਾਲ ਅਸੀਂ ਲਿੱਤੀ ਨਹੀਂ ਹੈਗੀ ਤੇ ਵਧੀਆ ਤੁਸੀਂ ਜਿਹੜੀ ਸਾਨੂੰ ਕਾਲ ਕਰ ਲਿਓ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ, ਤੁਹਾਨੂੰ ਅਸੀਂ ਕਲੀਅਰ ਕਰ ਦਾਂਗੇ ਕਿ ਕਿਵੇਂ ਜਿਹੜਾ ਤੁਹਾਡਾ। ਸਾਰਿਆਂ ਨੂੰ ਬੇਨਤੀ ਕਰੋ ਕਿ ਉਹ ਟੈਕਸਟ ਮੈਸੇਜ ਹੀ ਕਰਨ, ਕਿਉਂਕਿ ਮੈਸੇਜ ਹੀ ਆ ਰਹੇ ਨੇ ਭਾਜੀ, ਅੱਜ ਮੈਸੇਜ ਹੀ ਆ ਰਹੇ ਨੇ। ਇਸ ਤਰ੍ਹਾਂ ਹੀ ਆਪਾਂ ਪ੍ਰੋਗਰਾਮ ਫਿੱਟ ਕੀਤਾ ਹੋਇਆ, ਕਾਲਸ ਨਹੀਂ ਲਿੱਤੀਆਂ ਆਪਾਂ ਅੱਜ। ਤੇ ਇੱਕ ਹੋਰ ਭਾਜੀ ਕੁਲਵੀਰ ਸਿੰਘ ਹੈ, ਇਹਨਾਂ ਦਾ ਵੀ ਸਵਾਲ ਹੈਗਾ। ਇਹ ਕਹਿੰਦੇ ਵੀ ਮੇਰਾ 6 year ਐਕਸਪੀਰੀਅੰਸ ਹੈ ਜੀ ਟਰੱਕ ਲਾਈਨ 'ਚ, ਦੁਬਈ 'ਚ 5.5 ਬੈਂਡ ਨੇ ਜੀ, ਕੈਨੇਡਾ ਦਾ ਵਰਕ ਪਰਮਿਟ ਕਿਵੇਂ ਲਿੱਤਾ ਜਾ ਸਕਦਾ? ਇਹ ਵੀਰ ਜੀ ਹੁਣ ਜ਼ਿਆਦਾਤਰ ਵੀਰ ਜੀ ਸਾਰਿਆਂ ਦੇ ਸਵਾਲ ਸੇਮ ਹੀ ਆਉਣਗੇ। ਗੱਲ ਉੱਥੇ ਆ ਕਿ ਵੀਰ ਜੀ ਆਇਲਟਸ ਵੀ ਹੈਗਾ, ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ, ਤੁਹਾਡੇ ਇੰਪਲਾਇਰ ਦੀ ਲੋੜ ਹੈਗੀ ਤਾਂ ਇੰਪਲਾਇਰ ਫਾਈਂਡ ਕਰੋ ਤਾਂ ਹੱਲ ਹੋ ਜਾਊਗਾ ਬਸ, ਹਨਾ। ਤਾਂ ਵੀਰ ਜੀ ਉਹਨਾਂ ਨੂੰ ਆਪਣੇ ਡਾਕੂਮੈਂਟ ਦੇ ਦਿਓ, ਵੈਸੇ ਅਸੈਸਮੈਂਟ ਕਰ ਦਿਆਂਗੇ। ਫਿਰ ਵੀ ਵੀਰ ਜੀ ਤੁਸੀਂ ਮੈਨੂੰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਾਲ ਕਰ ਲਿਓ। ਮੇਰਾ ਜਿਹੜਾ ਨੰਬਰ ਕੈਪਸ਼ਨ 'ਚ ਪਾਇਆ ਹੋਇਆ ਹੈਗਾ, ਇੰਡੀਆ ਦਾ ਨੰਬਰ ਹੈ 7022970229 ਤੇ ਕਾਲ ਕਰ ਲਿਓ। ਆਪਾਂ ਜਿਹੜਾ ਹੈਗਾ ਉਹ ਡਿਸਕਸ ਕਰ ਲਾਂਗੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਕਿਉਂਕਿ ਇਹਦੇ 'ਚ ਇੱਕ ਹੋਰ ਅਸੀਂ ਦੇਖਿਆ, ਆਪਾਂ ਜੋ ਇੰਦਰਜੀਤ ਵੀ ਦੇਖਦੇ ਆ ਵੀ ਲੋਕ ਕਈ ਵਾਰੀ ਕਹਿੰਦੇ ਹੁੰਦੇ ਆ ਬਿਲਕੁਲ ਬਾਈ ਜੀ ਸਾਡੇ ਕੋਲੇ ਆਹ ਐਕਸਪੀਰੀਅੰਸ ਹੈਗਾ, ਸਾਡੇ ਕੋਲੇ ਆਹ ਆਪਸ਼ਨ ਹੈਗੇ, ਪਰ ਜਦੋਂ ਅਸੀਂ ਪੇਪਰ ਮੰਗਦੇ ਉਹ ਹੁੰਦੀਆਂ ਨਹੀਂ। ਇਸ ਕਰਕੇ ਅਸੀਂ ਪਹਿਲਾਂ ਸ਼ੁਰੂਆਤ ਹੀ ਉੱਥੋਂ ਕਰਦੇ, ਪਹਿਲਾਂ ਸਾਨੂੰ ਪੇਪਰ ਭੇਜੋ, ਸਕੈਨ ਪੇਪਰ ਈਮੇਲ ਕਰਕੇ ਕਰੋ, ਤਾਂ ਜਦੋਂ ਅਸੈਸਮੈਂਟ ਹੋ ਜੂ ਫਿਰ ਸਰ ਬੈਸਟ ਆਪਸ਼ਨ ਤੁਹਾਡੇ ਲਈ ਵਧੀਆ। ਕੱਲ ਮੇਰੇ ਕੋਲ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਆਪਣੇ ਪ੍ਰੋਗਰਾਮ ਤੋਂ ਬਾਅਦ ਕਿਸੇ ਮਿੱਤਰ ਨੇ ਪੇਪਰ ਡਾਕੂਮੈਂਟ ਸੈਂਡ ਕਰੇ। ਹੁਣ ਦੇਖੋ ਉਹਨਾਂ ਦੇ 8 ਈਚ ਹਸਬੈਂਡ ਐਂਡ ਵਾਈਫ। ਅੱਛਾ ਜੀ, ਮੈਂ ਦੁਬਾਰਾ ਦੱਸਣਾ ਚਾਹੁੰਦਾ ਜੀ, ਹਸਬੈਂਡ ਦੇ ਵੀ 8 ਈਚ ਹੈ ਜੀ ਤੇ ਵਾਈਫ ਦੇ ਵੀ। ਅੱਛਾ ਜੀ, ਮਾਸਟਰ MCA ਇਨ ਕੰਪਿਊਟਰ, ਬਟ 3 ਵਾਰੀ ਕੇਸ ਰਿਫਿਊਜ਼ ਆ। ਹੁਣ ਜਿਹੜੇ ਸਰੋਤੇ ਮੰਨ ਲੈਣਗੇ ਗੱਲ, ਕਿਉਂਕਿ ਉਹ ਆਪਣੇ ਆਪ ਹੀ ਫਾਈਲਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਜਦੋਂ ਬੰਦੇ, ਤਾਂ ਕਈ ਵਾਰ ਲੈਕ ਆਫ ਨੌਲੇਜ ਦੀ ਪ੍ਰੋਬਲਮ ਆ ਗਈ ਤੇ ਰਿਫਿਊਜ਼ਲ ਆ ਗਈ। ਬਿਲਕੁਲ ਜੀ ਬਿਲਕੁਲ। ਤੇ ਕਈ ਚੀਜ਼ਾਂ ਹੁੰਦੀਆਂ ਹੈਗੀਆਂ,
ਤੁਸੀਂ ਵੀ ਪ੍ਰੋਪਰ ਵੇਨ ਆਪਾਂ ਜੇ ਉਹ ਚੈਨਲ ਥਰੂ ਹੁੰਦੇ ਤਾਂ ਇੱਥੇ ਸਾਲ ਦੇ ਵਿੱਚ PR ਹੁੰਦੇ ਤਾਂ ਉਹ ਆਪਣੀ ਫਾਈਲ ਲਾਉਂਦੇ ਲਾਉਂਦੇ 3 ਸਾਲ ਹੋ ਗਏ, ਰਿਫਿਊਜ਼ਲਾਂ ਲਈ ਜਾਂਦੇ। ਤਾਂ ਇਸ ਲਈ ਕੋਈ ਵੀ ਰਿਫਿਊਜ਼ਲ ਲੈਟਰ ਲਵਾਉਣ ਤੋਂ ਪਹਿਲਾਂ ਇੰਦਰਜੀਤ ਨੂੰ, ਵੀਰ ਜੀ ਨੂੰ, ਸਾਡੇ ਨੂੰ ਇੱਥੇ ਸਾਰੇ ਪੇਪਰ ਭੇਜੋ। ਤੁਹਾਡੇ ਪੇਪਰਾਂ ਦੀ ਅਸੈਸਮੈਂਟ ਕਰਕੇ ਫ੍ਰੀ ਆਫ ਕਾਸਟ ਆ। ਇੱਕ ਚੀਜ਼ ਸਾਰਿਆਂ ਨੂੰ ਬੇਨਤੀ ਕਰ ਦਿਓ, ਜਿਸ ਕਿਸੇ ਵੀਰ ਦੀ ਕੈਨੇਡਾ ਨੂੰ ਸਟੂਡੈਂਟ ਜਾਂ ਵਿਜ਼ਟਰ ਵੀਜ਼ਾ ਜਾਂ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਹਿਸਟਰੀ ਜਾਂ ਕੇਸ ਰਿਫਿਊਜ਼ ਹੋਇਆ, ਉਹ ਤੁਹਾਨੂੰ ਜ਼ਰੂਰ ਦੱਸਣ ਨਾਲ। ਤੇ ਉਹ ਜਿਹੜੇ 525 ਜਾਂ ਸਟੱਡੀ ਪਰਮਿਟ ਵਾਲੇ ਜਿਹੜੇ ਡਾਕੂਮੈਂਟ ਨਾਲ ਭੇਜੋ, ਤਾਂ ਕਿ ਉਹ ਜਿਹੜੀ ਤੁਹਾਡੀ 10 ਈਅਰ ਹਿਸਟਰੀ ਭਰੀ ਹੋਈ ਆ ਉਹ ਦੇਖ ਕੇ ਸਹੀ ਕਲੀਅਰ ਹੋ ਸਕਦਾ ਵੀ ਅੱਗੇ ਤੁਹਾਡਾ ਫਿਊਚਰ ਕੀ ਹੋ ਸਕਦਾ, ਜਾਂ ਤੁਹਾਨੂੰ ਕਿੰਨਾ ਚਿਰ ਹੋਰ ਵੇਟ ਕਰਕੇ ਆਪਣੇ ਕੰਮ ਦੇ ਵਿੱਚ ਪ੍ਰੋਪਰ ਮਾਹਰ ਹੋ ਕੇ ਦੁਬਾਰਾ ਅਪਲਾਈ ਕਰਨਾ ਚਾਹੀਦਾ। ਠੀਕ ਹੈ ਜੀ। ਤੇ ਇੱਕ ਹੋਰ ਸਵਾਲ ਹੈ ਜੀ ਮਨੀ ਦਿਓਲ ਦਾ, ਵੀਰ ਜੀ ਇੱਕ ਫਾਈਲ ਐਕਸਪ੍ਰੈਸ ਐਂਟਰੀ ਪੂਲ ਚ ਪਾ ਕੇ ਕਿੰਨਾ ਟਾਈਮ ਵੈਲਿਡਿਟੀ ਰਹਿੰਦੀ ਹੈ? 1 ਸਾਲ ਆ ਵੀਰ ਜੀ। 1 ਸਾਲ ਵੈਲਿਡਿਟੀ ਹੁੰਦੀ ਹੈ, ਰਾਈਟ। ਤੇ ਮਨੀ ਦਿਓਲ ਜੀ ਸਾਡੇ ਬਹੁਤ ਵਧੀਆ ਮਿੱਤਰ ਆ ਗਏ ਜੀ, ਚੰਗੇ ਵਧੀਆ ਫਾਲੋਅਰ ਆ, ਤੇ ਇਹ ਜਾਣਕਾਰੀ ਵੀ ਰੱਖਦੇ ਆ ਸਾਰੇ ਏਜੰਟਸ ਬਾਰੇ। ਵਧੀਆ ਹੈਗਾ, ਜਿੰਨੇ ਬੰਦੇ ਆਨਲਾਈਨ ਜਾਂਦੇ ਆ ਤੇ ਇਹਨਾਂ ਕੋਲ ਕਾਫੀ, ਇਹਨਾਂ ਕੋਲੇ ਪਤਾ ਇਹਨਾਂ ਨੂੰ ਇੱਕ ਦੂਜੇ ਬਾਰੇ। ਇੱਕ ਹੋਰ ਸਵਾਲ ਇਹਨਾਂ ਦਾ ਹੀ ਸਵਾਲ ਹੈ, ਸਰ ਮੈਂ ਆਸਟ੍ਰੇਲੀਆ ਵਰਲਡ ਕੱਪ ਦੀ ਟਿਕਟ ਬਾਈ ਕੀਤੀ ਹੈ, 2 ਟਿਕਟਾਂ ਨੇ, ਪਰਥ ਤੇ ਮੈਲਬਰਨ ਦੀ 24 ਤੇ 2 ਨਵੰਬਰ ਦੀ ਟਿਕਟ ਹੈਗੀ ਹੈ, ਕਦੋਂ ਅਪਲਾਈ ਹੋਵੇਗਾ ਆਸਟ੍ਰੇਲੀਆ ਦਾ ਵਿਜ਼ਿਟ? ਸਰ ਆਈਡੀਡੀ ਵਿਜ਼ਿਟ 10 ਕੰਟਰੀ, ਜਰਮਨ। ਬਿਲਕੁਲ ਜੀ, ਤੁਸੀਂ ਕਰ ਸਕਦੇ ਹੋ ਬ੍ਰਦਰ। ਹੁਣ ਵੀ ਆਸਟ੍ਰੇਲੀਆ ਜਿਹੜਾ ਹੈਗਾ ਉਹ ਫਾਈਲਾਂ ਲੈ ਰਿਹਾ ਹੈਗਾ ਵਰਲਡ T20 ਤੇ, ਅਸੀਂ ਵੀ ਲਾ ਰਹੇ ਹਾਂ ਫਾਈਲਾਂ, ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਇੰਦਰ ਜੀ ਹੋਰ ਕੋਈ ਕੁਐਸਚਨ ਹੋਣ ਜਾਂ ਆਪਾਂ ਸਮਾਪਤੀ ਵੱਲ ਵਧੀਏ, ਕਿਉਂਕਿ ਆਪਾਂ ਥੋੜੇ ਸਮੇਂ 'ਚ ਰੱਖ ਲਿਆ ਕਰੀਏ ਪ੍ਰੋਗਰਾਮ, ਤੇ ਜਿਹੜੀਆਂ ਜਿਵੇਂ ਬਾਈ ਸਾਰੇ ਸਰੋਤਿਆਂ ਦੀਆਂ ਇਨਕੁਆਰੀਆਂ ਆਉਣਗੀਆਂ ਆਪਾਂ ਉਸ ਦੇ ਹਿਸਾਬ ਨਾਲ ਆਪਾਂ ਨੈਕਸਟ ਪ੍ਰੋਗਰਾਮ ਰੱਖ ਲਿਆ ਕਰਾਂਗੇ। ਬਿਲਕੁਲ ਜੀ ਬਿਲਕੁਲ, ਬਸ ਆਪਾਂ ਨੇ ਮੇਨ ਤਾਂ ਕਲੀਅਰ ਕਰਤਾ ਹੈਗਾ ਜੀ। ਇੱਕ ਚੀਜ਼ ਸੱਚ ਆਪਾਂ ਹੋਰ ਰਹਿ ਗਈ ਵੀਰ ਜੀ, ਜਿਹੜੇ ਬੱਚੇ ਔਨ ਸ਼ੋਰ ਸਟੂਡੈਂਟ ਆ, ਟੋਰਾਂਟੋ BC ਰਹਿ ਰਹੇ, ਜਿਨ੍ਹਾਂ ਨੂੰ PR 'ਚ ਪ੍ਰੋਬਲਮ ਆਉਣ ਦੀ ਉਮੀਦ ਆ ਜਾਂ ਉਹਨਾਂ ਦੀ ਸਟੱਡੀ 'ਚ ਕੋਈ ਪ੍ਰੋਬਲਮ ਆ, ਅਸੀਂ ਮੈਨੀਟੋਬਾ ਸਟੂਡੈਂਟ ਟਰਾਂਸਫਰ ਕਰ ਰਹੇ ਨੇ। ਰੈੱਡ ਰਿਵਰ ਕਾਲਜ ਅੱਜ ਵੀ ਸਟਿਲ ਸਤੰਬਰ ਦੀਆਂ ਸੀਟਾਂ ਅਵੇਲੇਬਲ ਨੇ। MITT ਕਾਲਜ ਦੇ ਵਿੱਚ ਸਾਡੇ ਕੋਲੇ ਕੁਛ ਪ੍ਰੋਗਰਾਮ ਅਰਲੀ ਨਵੰਬਰ ਦੇ ਅਵੇਲੇਬਲ ਨੇ। ਸਾਨੂੰ ਕੰਟੈਕਟ ਕਰੋ, ਵੀਰ ਜੀ ਇੰਦਰਜੀਤ ਨੂੰ ਭੇਜੋ, ਤਾਂ ਤੁਹਾਨੂੰ ਅਸੀਂ ਮੈਨੀਟੋਬਾ ਦੇ ਵਿੱਚ ਸਟੂਡੈਂਟ ਕਾਲਜ ਸਟੱਡੀ ਦੇ ਟਰਾਂਸਫਰ ਕਰਾ ਕੇ ਜਲਦੀ PR ਦੇ ਆਪਸ਼ਨਾਂ ਸਾਡੇ ਕੋਲ ਹਨ। ਦੁਬਾਰੇ ਫੇਰ ਦੱਸ ਦੇਣਾ, ਜਿਨ੍ਹਾਂ ਨੇ ਮੈਨੀਟੋਬਾ ਪੜ੍ਹਨਾ ਬੈਨੀਫਿਟ ਕੀ ਆ, ਜਿਹੜੇ ਅਦਰ ਪ੍ਰੋਵਿੰਸ ਦੇ ਵਿੱਚ ਤੁਸੀਂ ਪੜ੍ਹੋਗੇ ਆਫਟਰ ਸਟੱਡੀ ਤੁਹਾਨੂੰ 2 ਤੋਂ 1 ਈਅਰ ਤੋਂ ਲੈ ਕੇ 3 ਸਾਲ ਦਾ ਵਰਕ ਪਰਮਿਟ ਮਿਲ ਜਾਣਾ, ਪਰ ਤੁਹਾਨੂੰ ਜਿਹੜੀ NOC ਕੋਡ ਆ ਕੈਟਾਗਰੀ A B ਦੇ ਵਿੱਚ ਨੌਕ 'ਚ ਜੋਬ ਕਰਨੀ ਪੈਣੀ ਹੈ, ਫੇਰ PR ਆ। ਮੈਨੀਟੋਬਾ ਦੇ ਵਿੱਚ ਹਜੇ ਬੈਨੀਫਿਟ ਆ ਕਿ ਜੋ ਮਰਜ਼ੀ ਪੜ੍ਹਾਓ ਤੇ ਜੋ ਮਰਜ਼ੀ ਕੰਮ ਕਰੋ, ਸਟਿਲ PR ਆ। ਜਿਵੇਂ ਬਹੁਤ ਸਾਰੇ ਬੱਚੇ ਆ ਇੱਥੇ, ਕੋਈ ਹੈਲਥ ਦੇ ਵਿੱਚ ਪ੍ਰੋਗਰਾਮ ਲੈ ਰਹੇ, ਕੋਈ ਬਿਜ਼ਨਸ ਦੇ ਵਿੱਚ, ਉਹ ਟਰੱਕ ਚਲਾ ਕੇ ਵੀ PR ਲੈ ਰਹੇ ਨੇ। ਲੜਕੀਆਂ ਨਰਸਿੰਗ ਕਰਦੀਆਂ ਜਾਂ ਅਕਾਊਂਟਿੰਗ ਕਰਦੀਆਂ, ਉਹ ਟਿਮ ਹੋਟਲ ਜਾਂ ਮੈਕਡੋਨਲਡ ਤੇ ਜੋਬ ਕਰਕੇ PR ਲੈ ਰਹੇ ਨੇ, ਕਿਉਂਕਿ ਇੱਥੇ ਦੇ ਇਹੋ ਜਿਹਾ ਕੋਈ ਕ੍ਰਾਈਟੇਰੀਆ ਨਹੀਂ ਹੈ ਜਿਹਦੇ ਵਿੱਚ ਇੱਥੇ ਸਿੱਧਾ ਸੈਂਪਲ ਸੌਦਾ। ਮਿਨੀਮਮ 1 ਸਾਲ ਪੜ੍ਹਿਆ ਹੋਣਾ ਚਾਹੀਦਾ ਤੇ ਕੰਮ ਇੱਥੋਂ ਮੈਨੀਟੋਬਾ ਦੇ ਵਿੱਚ ਕੰਮ ਕਰੋ, ਕੋਈ ਸੇਮ ਕੰਮ ਕਰਨ ਦੀ ਲੋੜ ਨਹੀਂ, ਸਟਿਲ PR। ਜਿਹੜੇ ਬੱਚੇ ਇੰਡੀਆ ਤੋਂ ਇੱਥੇ ਸਿੱਧਾ ਆਉਣਾ ਚਾਹੁੰਦੇ, ਵੀਰ ਜੀ ਇੰਦਰਜੀਤ ਨੂੰ ਕੰਟੈਕਟ ਕਰ ਲਓ, ਜਾਂ ਜਿਹੜੇ ਬੱਚੇ ਇਨ ਕੈਨੇਡਾ ਨੇ ਉਹ ਮੈਨੂੰ ਕਰ ਲਓ ਜਾਂ ਇੰਦਰਜੀਤ ਵੀਰ ਜੀ ਨੂੰ ਕਰ ਲਓ ਕੰਟੈਕਟ, ਤੁਹਾਨੂੰ ਅਸੀਂ ਟਰਾਂਸਫਰ ਦੇ ਦਿਆਂਗੇ, ਇੱਥੇ ਕਾਲਜ ਟਰਾਂਸਫਰ ਕਰ ਲਓ, ਜਿਹਦੇ ਬਿਹਾਵ ਤੇ ਜਲਦੀ PR ਹੋ ਜਾਊ। ਬਿਲਕੁਲ ਜੀ। ਤੇ ਭਾਜੀ ਸਵਾਲ ਤਾਂ ਆਈ ਜਾਂਦੇ ਨੇ, ਆਪਾਂ ਹੁਣ ਸਮਾਪਤੀ ਵੱਲ ਵਧੀਏ। ਦੋਸਤੋ, ਜਿਹੜਾ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਜਿਹੜਾ ਸਾਡਾ ਮਕਸਦ ਸੀਗਾ, ਉਹ ਤੁਹਾਨੂੰ ਅਵੇਅਰ ਕਰਨਾ ਹੈਗਾ ਕਿ ਕਿਵੇਂ ਤੁਸੀਂ ਮਿਨੀਮਮ ਰਿਕੁਆਇਰਮੈਂਟ ਤੇ ਕੈਨੇਡਾ ਵਿਦ ਫੈਮਿਲੀ ਜਿਹੜਾ ਹੈਗਾ ਉਹ ਮੂਵ ਹੋ ਸਕਦੇ ਹੋ। ਤੁਸੀਂ ਸਾਡਾ ਜਿਹੜਾ ਪ੍ਰੋਗਰਾਮ ਦੇਖਿਆ ਹੋਵੇਗਾ। ਇਸ ਤੋਂ ਬਾਅਦ ਵੀ ਜੇ ਤੁਹਾਡੀ ਕੋਈ ਇਨਕੁਆਇਰੀ ਹੈਗੀ ਹੈ ਨਾ, ਜੇ ਤੁਸੀਂ PR ਦੇ ਮੁਤਲਕ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਕਿਵੇਂ ਤੁਸੀਂ ਮਿਨੀਮਮ ਰਿਕੁਆਇਰਮੈਂਟ ਦੇ ਨਾਲ ਤੁਸੀਂ ਕੈਨੇਡਾ ਮੂਵ ਹੋ ਸਕਦੇ ਹੋ, ਜਾਂ ਤੁਹਾਡੀ ਕੋਈ ਵਰਕ ਪਰਮਿਟ ਰਿਲੇਟਡ ਕੁਐਰੀ ਹੈ, ਤੁਸੀਂ ਭਾਜੀ ਨੂੰ ਡਾਇਰੈਕਟਲੀ ਜਿਹੜਾ ਕਾਲ ਕਰ ਸਕਦੇ ਹੋ। ਇਹਨਾਂ ਦਾ ਵੀ ਜਿਹੜਾ ਨੰਬਰ ਹੈਗਾ ਅਸੀਂ ਕੈਪਸ਼ਨ 'ਚ ਪਾ ਦਾਂਗੇ, ਤੁਸੀਂ ਕੈਨੇਡਾ ਕਾਲ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਹੋਰ ਵੀ ਕੈਨੇਡਾ ਦੇ ਰਿਗਾਰਡਿੰਗ ਤੁਹਾਡੀ ਹੋਰ ਕੋਈ ਕੁਐਰੀ ਹੈਗੀ ਹੈ, ਉਹ ਪ੍ਰੋਗਰਾਮ ਜਿਹੜਾ ਸਮਾਪਤ ਹੋਣ ਤੋਂ ਬਾਅਦ ਤੁਸੀਂ ਸਾਨੂੰ ਜਿਹੜੇ ਸਾਡੇ ਨੰਬਰ ਨੇ 7022970229 ਤੇ ਕਾਲ ਕਰ ਸਕਦੇ ਹੋ ਤੇ ਆਪਦਾ ਜਿਹੜਾ ਸਵਾਲ ਰਹਿ ਸਕਦੇ ਹੋ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਤੇ ਭਾਜੀ ਤੁਸੀਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਜੀ? ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਦਾਰ ਰਹੋ। ਸਭ ਤੋਂ ਵਧੀਆ ਗੱਲ ਤਾਂ ਜੇ ਜ਼ਿੰਦਗੀ 'ਚ ਖੁਸ਼ੀ ਹੈ ਤਾਂ ਸਾਰੇ ਆਨੰਦ ਮਿਲ ਜਾਣਗੇ, ਬਾਕੀ ਸੈਟਲਮੈਂਟ ਤਾਂ ਚੱਲਦੀਆਂ ਰਹਿਣੀਆਂ। ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।